ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 152 ਤੇ ਵਿਚਾਲੇ ਜੇ ਕਰਕੇ ਹੈ। ਕੱਲ ਪਰ ਹੌਤ ਛੱਡਿਆ ਸੀ। ਖੇਤੀ ਵਣਜ ਨਾਵੇਂ ਕੀ ਓਟ, ਪਾਪ ਪੁੰਨ ਬੀਜ ਕੀ ਪੋਟ, ਕਾਮ ਕ੍ਰੋਧ ਜੀ ਮਹਿ ਚੋਟ, ਨਾਮ ਵਿਸਾਰ ਚੱਲੇ ਮਨ ਖੋਟ। ਖੇਤੀ ਵਣਜ ਨਾਵੇਂ ਕੀ ਓਟ, ਵਣਜ ਹੁੰਦਾ ਵਪਾਰ। ਨਾਮ ਦਾ ਓਟ ਆਸਰਾ ਲੈਣਾ ਅਸਲ 'ਚ ਇਹੀ ਖੇਤੀ ਹੈ, ਇਹੀ ਵਪਾਰ ਹੈ। ਪਾਪ ਪੁੰਨ ਬੀਜ ਕੀ ਪੋਟ, ਫਿਰ ਜੇ ਨਾਮ ਦਾ ਓਟ ਆਸਰਾ ਨਹੀਂ ਲੈਂਦੇ, ਉਹ ਪਾਪ ਅਤੇ ਪੁੰਨ ਦਾ ਜਿਹੜਾ ਬੀਜ ਉਹਦੀ ਪੋਟ ਬਣੇ ਪੋਟਲੀ, ਉਹ ਤੇ ਪੋਟਲੀ ਚੁੱਕੀ ਫਿਰਦੇ ਨੇ। ਪਾਪ ਪੁੰਨ ਦੇ ਬੀਜ ਦੀ ਪੋਟਲੀ ਚੁੱਕੀ ਫਿਰਦੇ ਨੇ। ਹੁਣ ਜਦੋਂ ਉਹ ਪਾਪ ਤੇ ਪੁੰਨ ਬੀਜਣਗੇ ਤਾਂ ਫਿਰ ਉਹੀ ਕੁਛ ਉੱਗੇਗਾ ਨਾ, ਕਿਉਂਕਿ ਪਰਮਾਤਮਾ ਦਾ ਓਟ ਆਸਰਾ ਲਿਆ ਨਹੀਂ ਹੈ। ਕਾਮ ਕ੍ਰੋਧ ਜੀ ਮਹਿ ਚੋਟ, ਉਹਨਾਂ ਦੇ ਅੰਦਰ ਕਾਮ ਹੁੰਦਾ, ਕ੍ਰੋਧ ਹੁੰਦਾ, ਜੀ ਮਹਿ ਚੋਟ, ਉਹ ਮਨ ਨੂੰ ਸੱਟ ਮਾਰਦਾ ਹੈ, ਭਾਵ ਬੰਦੇ ਦਾ ਨੁਕਸਾਨ ਕਰਦਾ ਕਾਮ ਕ੍ਰੋਧ। ਨਾਮ ਵਿਸਾਰ ਚੱਲੇ ਮਨ ਖੋਟ, ਜਿਨ੍ਹਾਂ ਦੇ ਮਨ 'ਚ ਖੋਟ ਹੈ, ਜਿਹੜੇ ਖੋਟੇ ਮਨ ਦੇ ਹਨ, ਉਹ ਨਾਮ ਨੂੰ ਭੁਲਾ ਕੇ ਸੰਸਾਰ ਤੋਂ ਜਾਂਦੇ ਨੇ। ਉਹ ਨਾਮ ਜਪ ਕੇ ਨਹੀਂ ਜਾਂਦੇ, ਨਾਮ ਨੂੰ ਭੁਲਾ ਕੇ ਜਾਂਦੇ ਹਨ, ਕਿਉਂਕਿ ਉਹਨਾਂ ਦਾ ਮਨ ਖੋਟਾ ਹੈ। ਜਿਹਨਾਂ ਦਾ ਮਨ ਸਾਫ ਸੁਥਰਾ ਹੁੰਦਾ, ਨਾਮ ਜਪਣ ਨੂੰ ਉਹਨਾਂ ਦਾ ਜੀ ਕਰਦਾ। ਸਾਚੇ ਗੁਰ ਕੀ ਸਾਚੀ ਸੀਖ, ਤਨ ਮਨ ਸੀਤਲ ਸਾਚ ਪ੍ਰੀਖ, ਜਲ ਪੁਰਾਇਨ ਰਸ ਕਮਲ ਪ੍ਰੀਖ, ਸ਼ਬਦ ਰਤੇ ਮੀਠੇ ਰਸ ਈਖ। ਕਿ ਸਾਚੇ ਗੁਰ ਕੀ ਸਾਚੀ ਸੀਖ, ਸੀਖ ਮੈਨੇ ਸਿੱਖਿਆ। ਸੱਚੇ ਗੁਰੂ ਦੀ ਸਿੱਖਿਆ ਵੀ ਸੱਚੀ ਹੁੰਦੀ ਹੈ। ਫਿਰ ਪਤਾ ਕਿਵੇਂ ਲੱਗਦਾ? ਤਨ ਮਨ ਸ਼ੀਤਲ ਸਾਚ ਪ੍ਰੀਖ, ਇਹਦੀ ਪਰਖ ਕੀ ਹੈ? ਪ੍ਰੀਖ ਮੈਨੇ ਪਰਖ, ਵੀ ਵਾਕਈ ਗੁਰੂ ਦੀ ਸਿੱਖਿਆ ਹਾਸਲ ਹੋ ਗਈ। ਪਰਖ ਕੀ ਹੈ? ਉਹਦਾ ਤਨ ਅਤੇ ਮਨ ਸ਼ੀਤਲ ਹੋ ਜਾਂਦਾ, ਸ਼ਾਂਤ ਹੋ ਜਾਂਦਾ। ਜਿਹੜਾ ਵੀ ਗੁਰੂ ਦੀ ਸਿੱਖਿਆ 'ਤੇ ਚੱਲਦਾ ਹੈ, ਉਹਦਾ ਤਨ ਮਨ ਸ਼ਾਂਤ ਰਹਿੰਦਾ ਹੈ। ਅਲਾ ਕਹਿੰਦੇ ਮੇਰਾ ਮਨ ਬੜਾ ਅਸ਼ਾਂਤ ਰਹਿੰਦਾ ਹੈ, ਇਹਦਾ ਮਤਲਬ ਅਸੀਂ ਗੁਰੂ ਦੀ ਸਿੱਖਿਆ 'ਤੇ ਅਮਲ ਨਹੀਂ ਕਰਦੇ। ਅਸੀਂ ਕਈ ਵਾਰੀ ਗੁਰੂ ਦੀ ਸਿੱਖਿਆ ਨੂੰ ਪੜ੍ਹਦੇ ਰਹਿੰਦੇ ਹਾਂ, ਸਾਰੀ ਬਾਣੀ ਗੁਰੂ ਦੀ ਸਿੱਖਿਆ ਹੈ, ਪਰ ਅਮਲ ਨਾ ਕਰਨ ਕਰਕੇ ਫਿਰ ਮਨ ਤਨ ਸ਼ਾਂਤ ਨਹੀਂ ਹੁੰਦਾ, ਸ਼ੀਤਲ ਨਹੀਂ ਹੁੰਦਾ। ਜਲ ਪੁਰਾਇਨ ਰਸ ਕਮਲ ਪ੍ਰੀਖ, ਪੁਰਾਇਨ 'ਚ ਪੱਤੀ ਹੁੰਦੀ ਹੈ, ਜਿਹੜੀ ਪਾਣੀ 'ਚ ਹੁੰਦੀ ਹੈ, ਪਰ ਉਹਦੇ ਜਿਹੜੇ ਪੱਤੇ ਨੇ ਉਹ ਪਾਣੀ ਤੋਂ ਬਾਹਰ ਰਹਿੰਦੇ। ਜਿਵੇਂ ਪੁਰਾਇਨ ਹੈ, ਉਹ ਹੈ ਤੇ ਪਾਣੀ 'ਚ, ਪਰ ਉਹ ਪਾਣੀ ਤੋਂ ਪੱਤੇ ਉਹਦੇ ਬਾਹਰ ਨੇ। ਰਸ ਕਮਲ ਪ੍ਰੀਖ, ਅਤੇ ਜਿਹੜਾ ਕਮਲ ਫੁੱਲ ਹੈ ਉਹਦੀ ਪਰਖ ਕੀ ਹੈ? ਕਿ ਉਹ ਰਸ ਪਾ ਪਾਣੀ, ਉਹ ਵੀ ਪਾਣੀ ਤੋਂ ਉੱਪਰ ਰਹਿੰਦਾ ਹੈ, ਉਹ ਵੀ ਪਾਣੀ ਤੋਂ ਉੱਪਰ ਰਹਿੰਦਾ। ਇਸ ਤਰ੍ਹਾਂ ਜਿਹੜੇ ਗੁਰਮੁਖ ਹੁੰਦੇ ਨੇ, ਜਿਨ੍ਹਾਂ ਨੂੰ ਗੁਰੂ ਦੀ ਸਿੱਖਿਆ ਮਿਲੀ ਹੁੰਦੀ ਹੈ, ਉਹ ਰਹਿ ਤੇ ਸੰਸਾਰ 'ਚ ਹੀ ਰਹੇ ਹੁੰਦੇ ਨੇ, ਪਰ ਉਹ ਸੰਸਾਰ ਦੀਆਂ ਬੁਰਾਈਆਂ ਤੋਂ ਉੱਪਰ ਹੁੰਦੇ। ਸ਼ਬਦ ਰਤੇ, ਉਹ ਨਾਮ ਨਾਲ ਰੰਗੇ ਹੁੰਦੇ ਹਨ। ਮੀਠੇ ਰਸ ਈਖ, ਇਖ ਜਿਹਨੂੰ ਕਿ ਗੰਨਾ, ਜਿਵੇਂ ਗੰਨੇ ਦਾ ਰਸ ਮਿੱਠਾ ਹੁੰਦਾ ਨਾ, ਇਹ ਜਿਹੜੇ ਨਾਮ 'ਚ ਰੰਗੇ ਜਾਂਦੇ ਨੇ, ਇਹਨਾਂ ਦੀ ਬੋਲ ਚਾਲ ਵੀ ਮਿੱਠੀ ਹੁੰਦੀ ਹੈ। ਕੌੜਾ ਨਹੀਂ ਬੋਲਦੇ, ਇਹ ਮਿੱਠਾ ਬੋਲਦੇ ਨੇ, ਕਿਉਂਕਿ ਇਹਨਾਂ ਗੁਰੂ ਦੀ ਸਿੱਖਿਆ ਲਈ ਹੁੰਦੀ। ਅਤੇ ਗੁਰੂ ਦੀ ਸਿੱਖਿਆ ਕੀ ਕਹਿੰਦੇ? ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਭਾਈ ਮਿੱਠਾ ਬੋਲਣਾ, ਨਿਮਰਤਾ ਨਾਲ ਰਹਿਣਾ। ਕੋਈ ਕੌੜੇ ਬਚਨ ਬੋਲ ਵੀ ਜਾਵੇ, ਅੱਗੋਂ ਤਾਂ ਵੀ ਚੁੱਪ ਰਹੀਦਾ ਹੈ। ਕੋਈ ਕੌੜੇ ਬਚਨ ਬੋਲ ਗਿਆ, ਅੱਗੋਂ ਚੁੱਪ ਰਹਿਣਾ ਹੈ। ਜਦੋਂ ਬੋਲਣਾ ਮਿੱਠਾ ਬੋਲਣਾ, ਨਿਮਰਤਾ ਧਾਰਨ ਕਰਨੀ ਹੈ। ਹੁਕਮ ਸੰਜੋਗੀ ਗੜ 10 ਦੁਆਰ,
ਪੰਚ ਵਸੈਂ ਮਿਲ ਜੋਤ ਅਪਾਰ, ਆਪ ਤੁਲੈ ਆਪੇ ਵਣਜਾਰ, ਨਾਨਕ ਨਾਮ ਸਵਾਰਨਹਾਰ। ਹੁਕਮ ਪਰਮਾਤਮਾ ਦੇ ਹੁਕਮ ਅਨੁਸਾਰ ਅਤੇ ਪਿਛਲੇ ਜਨਮਾਂ ਦੇ ਸੰਯੋਗ ਅਨੁਸਾਰ ਆਪਾਂ ਜਿਹੜੀ ਰਿਸ਼ਤੇਦਾਰੀ ਬਣਦੀ ਹੈ ਪਿਛਲੇ ਜਨਮਾਂ ਦੇ ਸੰਯੋਗਾਂ ਕਾਰਨ ਹੈ। ਜਿਵੇਂ ਹੁਣ ਦੇਖੋ ਆਪਾਂ ਸਾਰੇ ਇਕੱਠੇ ਹੁੰਦੇ ਹਾਂ, ਫਿਰ ਕਿਸੇ ਜਨਮ ਵੀ ਇਸ ਤਰ੍ਹਾਂ ਹੀ ਇਕੱਠੇ ਹੋਵਾਂਗੇ ਕਿਉਂਕਿ ਸਾਡੇ ਸੰਯੋਗ ਬਣ ਗਏ। ਇਹ ਸੰਯੋਗ ਐਵੇਂ ਨਹੀਂ ਬਣਦੇ ਹੁੰਦੇ, ਕਦੇ ਨਾ ਕਦੇ ਇਕੱਠੇ ਰਹੇ ਹੁੰਦੇ। ਪਰਮਾਤਮਾ ਦੇ ਹੁਕਮ ਅਨੁਸਾਰ ਤੇ ਪਿਛਲੇ ਜਨਮਾਂ ਦੇ ਸੰਯੋਗਾਂ ਕਾਰਨ ਗੜ੍ਹ 10 ਦੁਆਰ, ਸਰੀਰ ਨੂੰ ਗੜ੍ਹ ਕੇ ਕਿਲ੍ਹਾ, ਜਿਵੇਂ ਉਹ ਕਿਲ੍ਹਾ ਜਿਹਦੇ 10 ਦਰਵਾਜ਼ੇ ਹੋਣ। ਇਹ ਸਰੀਰ ਦੇ ਵੀ 10 ਦਰਵਾਜ਼ੇ ਨੇ, 9 ਤੇ ਖੁੱਲ੍ਹੇ ਨੇ, ਜਿਵੇਂ 2 ਅੱਖਾਂ, ਨਾਸਾਂ, ਮੂੰਹ, ਕੰਨ, ਗੁਦਾ, ਲਿੰਗ, ਇਹ ਖੁੱਲ੍ਹੇ ਨੇ। 10ਵਾਂ ਜਿੱਥੇ ਪਰਮਾਤਮਾ ਰਹਿੰਦਾ ਉਹ ਦਰਵਾਜ਼ਾ ਬੰਦ ਹੈ। ਸੋ ਪਰਮਾਤਮਾ ਦੇ ਹੁਕਮ ਅਨੁਸਾਰ ਤੇ ਪਿਛਲੇ ਜਨਮਾਂ ਦੇ ਸੰਯੋਗ ਅਨੁਸਾਰ ਇਹ ਮਨੁੱਖ 10 ਦਰਵਾਜ਼ਿਆਂ ਵਾਲੇ ਸਰੀਰ ਦੇ ਵਿੱਚ ਪ੍ਰਵੇਸ਼ ਕਰਦਾ ਹੈ, ਇਹ ਸਰੀਰ ਧਾਰਨ ਕਰ ਲੈਂਦਾ। ਪੰਚ ਵਸੈਂ ਮਿਲ ਜੋਤ ਅਪਾਰ, ਜਿਹੜੇ ਤੇ ਪੰਚ ਹੁੰਦੇ ਨੇ। ਪੰਚ ਕੌਣ ਨੇ? ਜਿਹਨਾਂ ਨੇ ਨਾਮ ਸੁਣਿਆ ਤੇ ਮੰਨਿਆ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਸੁਣਿਆ ਫਿਰ ਉਸ ਨੂੰ ਮੰਨਿਆ। ਜਿਹਨੇ ਬਾਣੀ ਸੁਣੀ ਤੇ ਫਿਰ ਉਸ ਨੂੰ ਮੰਨਿਆ ਉਹਨੂੰ ਪੰਚ ਕਹਿੰਦੇ ਨੇ। ਭਗਤ ਜਿਹਨੂੰ ਕਹਿੰਦੇ, ਸੰਤ ਕਹਿੰਦੇ। ਜਿਹੜੇ ਭਗਤ ਨੇ ਉਹ ਪਰਮਾਤਮਾ ਦੀ ਜੋਤ ਦੇ ਨਾਲ ਮਿਲ ਕੇ ਰਹਿੰਦੇ ਨੇ, ਭਾਵ ਪਰਮਾਤਮਾ ਦੇ ਨਾਲ ਮਿਲ ਕੇ ਰਹਿੰਦੇ ਨੇ। ਉਹ ਆਪਣੀ ਮਰਜ਼ੀ ਨਹੀਂ ਕਰਦੇ, ਉਹ ਪਰਮਾਤਮਾ ਦੀ ਮਰਜ਼ੀ ਅਨੁਸਾਰ ਇਹ ਜੀਵਨ ਜਿਉਂਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਸੀ ਪਰਮਾਤਮਾ ਦੇ ਹੁਕਮ ਨਾਲ ਹੀ ਇਹ ਸਰੀਰ ਧਾਰਨ ਕੀਤਾ ਹੈ, ਇਸ ਲਈ ਉਹਦੇ ਹੁਕਮ 'ਚ ਰਹਿੰਦੇ। ਆਪ ਤੁਲੈ ਆਪੇ ਵਣਜਾਰ, ਪਰਮਾਤਮਾ ਆਪ ਪਦਾਰਥ ਬਣ ਕੇ ਤੱਕੜੀ 'ਚ ਤੁਲਦਾ ਹੈ, ਆਪੇ ਵਣਜਾਰ ਅਤੇ ਆਪੇ ਹੀ ਵਪਾਰੀ ਬਣਦਾ ਹੈ। ਵਣਜਾਰ ਵਣਜਾਰਾ ਵਪਾਰੀ, ਭਾਵ ਸਾਡੇ ਵਿੱਚ ਹੀ ਪਰਮਾਤਮਾ ਬੈਠਾ ਹੈ। ਉਹ ਕੋਈ ਵਪਾਰੀ ਦਾ ਕੰਮ ਕਰਿਆ, ਕੁਛ ਕਰ ਰਿਹਾ, ਕੁਛ ਕਰ ਰਿਹਾ। ਨਾਨਕ ਨਾਮ ਸਵਾਰਨਹਾਰ, ਪਰਮਾਤਮਾ ਜਿਹੜਾ ਹੈ ਨਾਮ ਦੇ ਨਾਲ ਇਹ ਜੀਵਨ ਸਵਾਰਦਾ ਹੈ। ਜਦੋਂ ਨੇ ਕਿਸੇ ਨੂੰ ਸਵਾਰਨਾ ਹੁੰਦਾ ਪਰਮਾਤਮਾ ਨੇ, ਉਹਨੂੰ ਗੁਰੂ ਕੋਲੇ ਭੇਜਦਾ। ਗੁਰੂ ਮਹਾਰਾਜ ਫਿਰ ਉਹਨੂੰ ਨਾਮ ਦਿੰਦੇ ਨੇ, ਉਹ ਫਿਰ ਨਾਮ ਜਪਦਾ ਅਤੇ ਉਹਦਾ ਜੀਵਨ ਪਹਿਲਾਂ ਨਾਲੋਂ ਬਦਲ ਜਾਂਦਾ ਹੈ, ਉਹਦਾ ਜੀਵਨ ਸੰਵਰ ਜਾਂਦਾ ਹੈ। ਇਸ ਲਈ ਪਰਮਾਤਮਾ ਨਾਮ ਦੇ ਰਾਹੀਂ ਜੀਵ ਨੂੰ ਸਵਾਰਦਾ ਹੈ, ਉਹਦੇ ਜੀਵਨ ਨੂੰ ਸਵਾਰਦਾ ਹੈ। ਗੌੜੀ ਮਹਿਲਾ ਪਹਿਲਾ। ਜਾਤੋ ਜਾਏ ਕਹਾਂ ਤੇ ਆਵੈ, ਕਹੀਂ ਉਪਜੈ ਕਹੀਂ ਜਾਏ ਸਮਾਵੈ। ਕਿਉਂ ਬਾਂਧਿਓ ਕਿਉਂ ਮੁਕਤੀ ਪਾਵੈ, ਕਿਉਂ ਅਬਿਨਾਸ਼ੀ ਸਹਿਜ ਸਮਾਵੈ। ਜਾਤੋ ਜਾਏ ਕਹਾਂ ਤੇ ਆਵੇ, ਇਹ ਜਿਹੜਾ ਇਨਸਾਨ ਇਸ ਸੰਸਾਰ ਤੋਂ ਜਾ ਰਿਹਾ ਹੈ, ਕਹਾਂ ਤੇ ਆਵੇ, ਇਹ ਕਿੱਥੋਂ ਆਉਂਦਾ ਹੈ? ਇਹ ਕਿੱਥੋਂ ਆਉਂਦਾ? ਕਹੀਂ ਉਪਜੈ, ਇਹ ਕਿੱਥੋਂ ਪੈਦਾ ਹੋਇਆ? ਕਹੀਂ ਜਾਏ ਸਮਾਵੇ, ਇਹ ਕਿੱਥੇ ਜਾ ਕੇ ਸਮਾ ਜਾਏਗਾ, ਖਤਮ ਹੋ ਜਾਏਗਾ। ਕਿਉਂ ਬੰਧਿਓ, ਇਹ ਬੰਧਨਾਂ 'ਚ ਕਿਉਂ ਬੱਝਾ ਹੈ? ਇਹ ਕਰਮਾਂ 'ਚ ਕਿਵੇਂ ਬੱਝਾ ਹੈ? ਕਿਉਂ ਮੁਕਤੀ ਪਾਵੇ, ਅਤੇ ਕਿਸ ਤਰ੍ਹਾਂ ਮੁਕਤ ਹੋ ਸਕਦਾ ਹੈ? ਕਿਉਂ ਅਬਿਨਾਸ਼ੀ ਸਹਿਜ ਸਮਾਵੇ, ਉਹ ਪਰਮਾਤਮਾ ਜੋ ਅਬਿਨਾਸ਼ੀ ਹੈ ਇਹ ਉਸ ਦੇ ਵਿੱਚ ਕਿਵੇਂ ਸਮਾ ਸਕਦਾ ਹੈ, ਉਸ ਵਿੱਚ ਕਿਵੇਂ ਲੀਨ ਹੋ ਸਕਦਾ ਹੈ? ਉੱਤਰ, ਨਾਮ ਹਿਰਦੈ ਅੰਮ੍ਰਿਤ ਮੁਖ ਨਾਮ, ਨਰ ਹਰ ਨਾਮ ਨਰ ਹਰ ਨਿਹ ਕਾਮ। ਨਾਮ ਹਿਰਦੈ, ਮਨੁੱਖ ਜਿਸ ਮਨੁੱਖ ਦੇ ਨਾਮ ਹਿਰਦੇ 'ਚ ਹੈ, ਅੰਮ੍ਰਿਤ ਮੁਖ ਨਾਮ, ਅਤੇ ਮੁਖ ਦੇ ਨਾਲ ਇਹ ਅੰਮ੍ਰਿਤਮਈ ਨਾਮ ਜਪਦਾ ਹੈ, ਅੰਮ੍ਰਿਤ ਕਰ ਦੇਣ ਵਾਲਾ ਨਾਮ ਜਪਦਾ।
ਨਰ ਹਰ ਨਾਮ, ਨਰ ਹਰ ਨੇਹ ਕੰਮ। ਨਰ ਹਰ ਪਰਮਾਤਮਾ ਨੂੰ ਕਹਿੰਦੇ, ਉਹ ਪਰਮਾਤਮਾ ਦਾ ਨਾਮ ਜਪਦਾ ਹੈ ਅਤੇ ਪਰਮਾਤਮਾ ਰਾਹੀਂ ਨਿਹ ਕਾਮ ਨਿਸ਼ਕਾਮ ਹੋ ਜਾਂਦਾ, ਇੱਛਾ ਰਹਿਤ ਹੋ ਜਾਂਦਾ। ਨਾਮ ਜਪਦਾ ਜਪਦਾ ਬੰਦਾ ਇੱਕ ਦਿਨ ਇੱਛਾ ਰਹਿਤ, ਉਹਦੀ ਕੋਈ ਇੱਛਾ ਹੀ ਨਹੀਂ ਰਹਿੰਦੀ। ਪਹਿਲਾਂ ਮਨੁੱਖ ਇੱਛਾ ਰੱਖ ਕੇ ਨਾਮ ਜਪਦਾ ਹੈ ਵੀ ਇਹ ਮੇਰਾ ਕੰਮ ਹੋ ਜੇ ਜੀ। ਆਪਾਂ ਬਾਣੀ ਇੱਛਾ ਰੱਖ ਕੇ ਪੜ੍ਹਦੇ ਹਾਂ ਵੀ ਇਹ ਕੰਮ ਹੋ ਜਾਏ। ਫਿਰ ਇੱਕ ਸਮਾਂ ਆਉਂਦਾ ਹੈ ਕਿ ਬਾਣੀ ਪੜ੍ਹਦਿਆਂ ਪੜ੍ਹਦਿਆਂ ਨਾਮ ਜਪਦਿਆਂ ਜਪਦਿਆਂ ਬੰਦਾ ਇੱਛਾ ਰਹਿਤ ਹੋ ਜਾਂਦਾ ਹੈ। ਉਹ ਇੱਛਾ ਹੀ ਨਹੀਂ ਕਰਦਾ, ਉਹਦੀ ਸੰਸਾਰਿਕ ਕੋਈ ਇੱਛਾ ਹੀ ਨਹੀਂ ਹੁੰਦੀ, ਕਿ ਉਹਨੂੰ ਗਿਆਨ ਹੋ ਜਾਂਦਾ ਵੀ ਨਾ ਮੈਂ ਨਾਮ ਜਪੀ ਜਾ ਰਿਹਾ, ਮੇਰੀ ਇੱਛਾ ਪਰਮਾਤਮਾ ਨੇ ਆਪੇ ਹੀ ਪੂਰੀ ਕਰ ਦੇਣੀ, ਮੈਨੂੰ ਕਹਿਣ ਦੀ ਕੀ ਲੋੜ ਹੈ, ਮੈਨੂੰ ਕਹਿਣ ਦੀ ਕੀ ਲੋੜ। ਇਸ ਲਈ ਉਹ ਫਿਰ ਕੁਛ ਨਹੀਂ ਮੰਗਦਾ, ਇੱਛਾ ਰਹਿਤ ਹੋ ਜਾਂਦਾ। ਰਹਾਓ ਸਹਜੇ ਆਵੈ ਸਹਜੇ ਜਾਏ, ਮਨ ਤੇ ਉਪਜੈ ਮਨ ਮਾਹੇ ਸਮਾਏ। ਗੁਰਮੁਖ ਮੁਕਤੋ ਬੰਧ ਨ ਪਾਏ, ਸ਼ਬਦ ਵਿਚਾਰ ਛੁਟੈ ਹਰ ਨਾਏ। ਉੱਪਰ ਸੀ ਨਾ ਕਿੱਥੋਂ ਆਉਂਦਾ ਜੀ, ਕਿੱਥੇ ਜਾਂਦਾ ਹੈ, ਕਿੱਥੋਂ ਪੈਦਾ ਹੁੰਦਾ ਹੈ, ਕਿੱਥੇ ਸਮਾ ਜਾਂਦਾ ਹੈ, ਕਿਉਂ ਇਹ ਬੰਧਨਾਂ 'ਚ ਪਿਆ ਹੋਇਆ, ਕਿਵੇਂ ਮੁਕਤ ਹੋ ਸਕਦਾ ਹੈ। ਹੁਣ ਇਹਦੇ ਉੱਤਰ ਦਿੰਦੇ ਨੇ, ਸਹਜੇ ਆਵੈ ਸਹਜੇ ਜਾਏ। ਇਹ ਸਹਿਜ ਪਰਮਾਤਮਾ ਨੂੰ ਕਹਿੰਦੇ ਨੇ। ਇਹ ਪਰਮਾਤਮਾ ਤੋਂ ਹੀ ਆਉਂਦਾ ਹੈ ਅਤੇ ਪਰਮਾਤਮਾ ਦੇ ਵਿੱਚ ਹੀ ਜਾ ਕੇ ਲੀਨ ਹੋ ਜਾਂਦਾ ਹੈ। ਮਨ ਤੇ ਉਪਜੈ ਮਨ ਮਾਹੇ ਸਮਾਏ। ਇਹ ਮਨ ਤੋਂ ਪੈਦਾ ਹੁੰਦਾ ਹੈ ਅਤੇ ਅਖੀਰ ਨੂੰ ਮਨ ਦੇ ਵਿੱਚ ਹੀ ਲੀਨ ਹੋ ਜਾਂਦਾ ਹੈ। ਗੁਰਮੁਖ ਮੁਕਤੋ ਬੰਧ ਨਾ ਪਾਏ। ਗੁਰੂ ਦੇ ਰਾਹੀਂ ਇਹ ਮੁਕਤ ਹੋ ਸਕਦਾ ਹੈ। ਫਿਰ ਇਹਨੂੰ ਬੰਧ ਕੋਈ ਨਹੀਂ ਪੈਂਦਾ, ਕੋਈ ਬੰਧਨ ਨਹੀਂ ਪੈਂਦਾ, ਇਹ ਬੰਧਨਾਂ ਤੋਂ ਰਹਿਤ ਹੋ ਜਾਂਦਾ ਹੈ। ਜੇ ਕਿਸੇ ਨੇ ਬੰਧਨਾਂ ਤੋਂ ਰਹਿਤ ਹੋਣਾ ਤਾਂ ਉਹਨੂੰ ਗੁਰਮੁਖ ਹੋਣਾ ਪਏਗਾ, ਉਹਨੂੰ ਗੁਰੂ ਦੇ ਆਖੇ ਲੱਗਣਾ ਪਏਗਾ। ਫਿਰ ਜਿਹੜੇ ਬੰਧਨ ਨੇ ਉਹ ਸਾਰੇ ਖਤਮ ਹੁੰਦੇ, ਬੰਦਾ ਮੁਕਤ ਹੋ ਜਾਂਦਾ। ਸ਼ਬਦ ਵਿਚਾਰ ਛੁਟੈ ਹਰ ਨਾਏ। ਸ਼ਬਦ ਵਿਚਾਰ, ਬਾਣੀ ਦੀ ਵਿਚਾਰ ਕਰਕੇ ਹਰ ਨਾਏ ਅਤੇ ਹਰੀ ਦੇ ਨਾਮ ਰਾਹੀਂ ਇਹ ਬੰਧਨਾਂ ਤੋਂ ਛੁੱਟ ਜਾਂਦਾ ਹੈ, ਇਹ ਬੰਧਨਾਂ ਤੋਂ ਰਹਿਤ ਹੋ ਜਾਂਦਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਬੰਧਨ ਨੇ। ਇਹ ਨਾਮ ਜਪ ਜਪ ਕੇ ਅਤੇ ਬਾਣੀ ਦੀ ਵਿਚਾਰ 'ਤੇ ਅਮਲ ਕਰਕੇ ਇਹਦਾ ਛੁਟਕਾਰਾ ਹੋ ਜਾਂਦਾ ਹੈ। ਤਰਵਰ ਪੰਖੀ ਬਹੁ ਨਿਸਬਾਸ, ਸੁਖ ਦੁਖੀਆ ਮਨ ਮੋਹ ਵਿਨਾਸ਼। ਸਾਂਝ ਬਿਹਾਗ ਤੱਕੈ ਆਗਾਸ, ਦਹਿ ਦਿਸ ਧਾਵੇਂ ਕਰਮ ਲਿਖਿਆਸ। ਤਰਵਰ ਦਰਖਤ ਨੂੰ ਕਹਿੰਦੇ ਨੇ। ਪੰਖੀ ਜਿਹੜੇ ਪੰਛੀ ਨੇ, ਤਰਵਰ ਪੰਖੀ ਬਹੁ ਨਿਸ। ਨਿਸ ਹਿੰਦੀ ਦਾ ਸ਼ਬਦ ਹੈ ਨਿਸ਼ੀ, ਰਾਤ ਨੂੰ ਕਹਿੰਦੇ ਨੇ। ਬਾਸ ਹੁੰਦਾ ਵਸਣਾ। ਬਹੁਤ ਸਾਰੇ ਪੰਛੀ ਰਾਤ ਨੂੰ ਦਰਖਤਾਂ 'ਤੇ ਆ ਕੇ ਰਹਿੰਦੇ ਹਨ। ਸੁਖ ਦੁਖੀਆ ਮਨ ਮੋਹ ਵਿਨਾਸ਼। ਮਨ ਵਿੱਚ ਮੋਹ ਹੋਣ ਕਰਕੇ ਕੁਝ ਸੁਖੀ ਨੇ ਅਤੇ ਕੁਝ ਦੁਖੀ ਨੇ। ਇਹ ਮੋਹ ਕਾਰਨ ਹੀ ਅਖੀਰ ਨੂੰ ਨਾਸ ਹੋ ਜਾਂਦੇ ਹਨ। ਸਾਂਝ ਬਿਹਾਗ, ਸਾਂਝ ਸ਼ਾਮ ਨੂੰ ਕਹਿੰਦੇ ਨੇ, ਬਿਹਾਗ ਸਵੇਰ ਨੂੰ ਕਹਿੰਦੇ ਨੇ। ਤੱਕੈ ਆਗਾਸ, ਜਿਵੇਂ ਪੰਛੀ ਨੇ ਜਿੱਥੇ ਝੋਗ ਚੁਗਰੇ ਹੁੰਦੇ ਨੇ, ਜਦੋਂ ਸ਼ਾਮ ਹੁੰਦੀ ਹੈ ਆਕਾਸ਼ ਵੱਲ ਤੱਕਦੇ ਨੇ ਵੀ ਹੁਣ ਆਕਾਸ਼ 'ਚ ਉੱਡ ਕੇ ਆਪਣੇ ਘਰਾਂ ਨੂੰ ਜਾਈਏ। ਜਦੋਂ ਅਗਲੇ ਦਿਨ ਚੜ੍ਹ ਜਾਂਦਾ ਹੈ ਫਿਰ ਆਕਾਸ਼ ਵੱਲ ਤੱਕਦੇ ਨੇ, ਆਕਾਸ਼ 'ਚ ਉੱਡ ਕੇ ਆਪਣਾ ਭੋਜਨ ਲੈਣ ਜਾਈਏ। ਸਵੇਰੇ ਸ਼ਾਮ ਉਹ ਆਕਾਸ਼ ਵੱਲ ਤੱਕਦੇ ਹਨ। ਦਹਿ ਦਿਸ ਧਾਵੇਂ ਕਰਮ ਲਿਖਿਆ ਸੀ। ਲਿਖੇ ਹੋਏ ਕਰਮਾਂ ਅਨੁਸਾਰ ਉਹ 10 ਦਿਸ਼ਾਵਾਂ ਨੂੰ ਭੱਜੇ ਫਿਰਦੇ ਨੇ। ਅਸੀਂ ਵੀ ਆਪਣੇ ਲਿਖੇ ਹੋਏ ਕਰਮਾਂ ਅਨੁਸਾਰ ਕੋਈ ਕਿਸੇ ਦੇਸ਼, ਕੋਈ ਕਿਸੇ ਦੇਸ਼, ਕੋਈ ਕਿਤੇ ਜਾ ਰਿਹਾ ਹੈ, ਕਿਉਂਕਿ ਸਾਡੇ ਕਰਮ ਲਿਖੇ ਹੋਏ ਨੇ ਕਿ ਤੇਰਾ ਦਾਣਾ ਪਾਣੀ ਫਲਾਣੇ ਦੇਸ਼ 'ਚ ਫਲਾਣੀ ਥਾਂ 'ਤੇ ਤੂੰ ਉੱਥੇ ਜਾਏਗਾ। ਬੰਦਾ ਉੱਤਰ ਜਾਂਦਾ, ਜਾਂ ਮਜਬੂਰੀ ਬਸ ਜਾਣਾ ਪੈਂਦਾ ਹੈ, ਜਾਂ ਸ਼ੌਕ ਵਜੋਂ ਜਾਂਦਾ ਹੈ। ਉਹ ਕਰਮਾਂ 'ਚ ਲਿਖਿਆ ਹੁੰਦਾ ਹੈ।
ਅੱਗੇ ਕਹਿੰਦੇ ਨਾਮ ਸੰਜੋਗੀ ਗੋਇਲ ਥਾਟ, ਕਾਮ ਕ੍ਰੋਧ ਫੂਟੈ ਬਿਖ ਮਾਟ, ਬਿਨ ਵਖਰ ਸੂਨੋ ਘਰ ਹਾਟ, ਗੁਰ ਮਿਲ ਖੋਲੇ ਬਜਰ ਕਪਾਟ। ਨਾਮ ਸੰਯੋਗੀ ਗੋਇਲ ਥਾਟ, ਜਿਹਦਾ ਨਾਮ ਨਾਲ ਮੇਲ ਹੈ, ਨਾਮ ਨਾਲ ਪਿਆਰ ਹੈ, ਉਹ ਕੀ ਸਮਝਦਾ ਵੀ ਮੈਂ ਤਾਂ ਚਰਾਗਾਹ 'ਚ ਐ। ਗੋਇਲ ਚਰਾਗਾਹ ਨੂੰ ਕਹਿੰਦੇ, ਉਹ ਥਾਂ ਜਿੱਥੇ ਡੰਗਰ ਚਰਦੇ ਨੇ। ਹੁਣ ਤਾਂ ਜ਼ਮੀਨਾਂ ਘਟ ਗਈਆਂ ਨੇ, ਪਹਿਲਾਂ ਜ਼ਮੀਨਾਂ ਖੁੱਲ੍ਹੀਆਂ ਹੁੰਦੀਆਂ ਸਨ। ਕੁਝ ਕਿੱਲੇ ਕੋਈ ਖੇਤੀ ਨਹੀਂ ਸੀ ਬੀਜੀ ਜਾਂਦੀ, ਖਾਲੀ ਰੱਖੇ ਜਾਂਦੇ ਸਨ ਤਾਂ ਜੋ ਪਸ਼ੂ ਉੱਥੇ ਘਾਹ ਚਰ ਸਕਣ। ਹੁਣ ਤਾਂ ਕੋਈ ਥਾਂ ਹੀ ਖਾਲੀ ਨਹੀਂ, ਪਸ਼ੂ ਜਾਣ ਇੱਥੇ 24 ਘੰਟੇ ਵਿਚਾਰੇ ਕਿੱਲਿਆਂ ਨਾਲ ਵੱਜੇ ਰਹਿੰਦੇ ਨੇ। ਆਪਾਂ ਨੂੰ ਕੋਈ 24 ਘੰਟੇ ਘਰ 'ਚ ਬੰਦ ਰੱਖੇ ਹਨ, ਕਿੰਨਾ ਔਖਾ ਹੋਏਗਾ। ਜੀ ਕਹਿੰਦਾ ਬਾਹਰ ਨਿਕਲਣ ਨੂੰ। ਆ ਮਹੀਨਾ 2 ਮਹੀਨੇ ਲਾਇਆ ਸੀ ਨਾ, ਕੀ ਕਹਿੰਦੇ ਹਾਂ ਹੋ ਗਿਆ ਸੀ ਲੋਕਾਂ ਦਾ ਬੁਰਾ ਹਾਲ ਵੀ ਕਦੋਂ ਬਾਹਰ ਨਿਕਲੀਏ। ਅਸੀਂ ਆਪ ਤਾਂ ਚਾਹੁੰਦੇ ਹਾਂ ਫਿਰੀਏ ਤੁਰੀਏ, ਡੰਗਰਾਂ ਨੂੰ ਕਿੱਲਿਆਂ ਨਾਲ ਬੱਝੇ ਰੱਖਦੇ ਕਿ ਉਹ ਵਿਚਾਰੇ ਬੋਲ ਸਕਦੇ ਨਹੀਂ, ਕੁਛ ਕਹਿ ਸਕਦੇ ਨਹੀਂ। ਇਸ ਲਈ ਪਹਿਲਾਂ ਖੁੱਲ੍ਹੀਆਂ ਥਾਵਾਂ ਚਰਾਗਾਹਾਂ ਛੜੀਆਂ ਜਾਂਦੀਆਂ, ਜਾਨਵਰ ਉੱਥੇ ਪਸ਼ੂ ਚਰਦੇ ਸਨ। ਉੱਥੇ ਨਾਮ ਸੰਜੋਗੀ ਗੋਇਲ ਥਾਟ, ਥਾਟ ਮਨੇ ਥਾਂ ਟਿਕਾਣਾ। ਜਿਹਦਾ ਨਾਮ ਨਾਲ ਪ੍ਰੇਮ ਹੈ ਉਹ ਤਾਂ ਸੰਸਾਰ ਨੂੰ ਗੋਇਲ ਸਮਝਦਾ, ਵੀ ਚਰਾਗਾਹ ਸਮਝਦਾ। ਮੈਂ ਤਾਂ ਕੁਝ ਦੇਰ ਲਈ ਇੱਥੇ ਆਇਆ, ਵੀ ਜਦੋਂ ਇੱਥੇ ਘਾਹ ਮੁੱਕ ਗਿਆ ਫਿਰ ਮੈਂ ਅੱਗੇ ਚਲੇ ਜਾਣਾ। ਫਿਰ ਜਿਹੜਾ ਹੈ ਨਾਮ ਜਪਣ ਵਾਲਾ ਬੰਦਾ, ਨਾਮ ਨੂੰ ਪਿਆਰ ਕਰਨ ਵਾਲਾ ਬੰਦਾ, ਉਹ ਤਾਂ ਸੰਸਾਰ ਨੂੰ ਚਰਾਗਾਹ ਦੀ ਤਰ੍ਹਾਂ ਸਮਝਦਾ ਵੀ ਮੈਂ ਤਾਂ ਇੱਥੇ ਥੋੜ੍ਹੀ ਦੇਰ ਹੀ ਰਹਿਣਾ। ਕਾਮ ਕ੍ਰੋਧ ਫੂਟੈ ਬਿਖ ਮਾਟ, ਜਿਹੜਾ ਇਸ ਤਰ੍ਹਾਂ ਸੋਚਦਾ ਹੈ ਉਹਦੇ ਨਾਲ ਕਾਮ ਕ੍ਰੋਧ ਬਿਖ ਹੁੰਦੀ ਜ਼ਹਿਰ। ਕਾਮ ਕ੍ਰੋਧ ਦੀ ਜ਼ਹਿਰ ਵਾਲਾ ਮਾਟ ਮੈਨੇ ਮਟਕਾ ਮਟ, ਉਹ ਟੁੱਟ ਜਾਂਦਾ। ਕਾਮ ਕ੍ਰੋਧ ਦੀ ਜ਼ਹਿਰ ਵਾਲਾ ਅੰਦਰੋਂ ਮਟਕਾ ਉਹਦਾ ਟੁੱਟ ਜਾਂਦਾ, ਭਾਵ ਉਹਦੇ ਅੰਦਰੋਂ ਕਾਮ ਕ੍ਰੋਧ ਖਤਮ ਹੋ ਜਾਂਦਾ। ਕਿਉਂ? ਉਹ ਕਿਸੇ ਚੀਜ਼ ਨੂੰ ਪ੍ਰੇਮ ਹੀ ਨਹੀਂ ਕਰਦਾ, ਉਹਦਾ ਸੰਸਾਰ 'ਚ ਕਿਸੇ ਚੀਜ਼ ਨਾਲ ਮੋਹ ਹੀ ਨਹੀਂ ਹੁੰਦਾ। ਉਹ ਤਾਂ ਕਹਿੰਦਾ ਮੈਂ ਤਾਂ ਥੋੜ੍ਹੀ ਦੇਰ ਰਹਿਣਾ। ਜਿਵੇਂ ਤੁਸੀਂ ਹਜ਼ੂਰ ਸਾਹਿਬ ਕੁਝ ਦਿਨਾਂ ਲਈ ਗਏ, ਪਟਨਾ ਸਾਹਿਬ ਗਏ, ਉੱਥੇ ਤੁਸੀਂ ਚੀਜ਼ਾਂ ਨਾਲ ਮੋਹ ਨਹੀਂ ਪਾਉਂਦੇ, ਪਤਾ ਵੀ 5-7 ਦਿਨਾਂ ਬਾਅਦ ਇਹਨੂੰ ਛੱਡ ਕੇ ਚਲੇ ਜਾਣਾ। ਸਾਡਾ ਜਿਹੜਾ ਘਰ ਹੈ ਇਹ ਕਮਰਿਆਂ ਨਾਲ, ਸਮਾਨ ਨਾਲ ਸਾਡਾ ਮੋਹ ਹੈ। ਉੱਥੇ ਵੀ ਕਮਰੇ 'ਚ ਹੀ ਰਹਿੰਦੇ ਹਾਂ, ਉੱਥੇ ਵੀ ਮੰਜੇ ਬਿਸਤਰੇ ਹੁੰਦੇ ਨੇ, ਪਰ ਉਹਨਾਂ ਨਾਲ ਸਾਡਾ ਮੋਹ ਨਹੀਂ ਹੁੰਦਾ ਕਿ ਅਸੀਂ ਇੱਥੇ ਕੁਝ ਦਿਨਾਂ ਦੇ ਪ੍ਰਾਹੁਣੇ, ਫਿਰ ਤੁਸੀਂ ਚਲੇ ਜਾਣਾ। ਫਿਰ ਇਸ ਤਰ੍ਹਾਂ ਫਿਰ ਜਿਹੜਾ ਬੰਦਾ ਸਮਝਦਾ ਮੈਂ ਤਾਂ ਕੁਝ ਸਮੇਂ ਲਈ ਸੰਸਾਰ 'ਚ ਆਇਆ, ਉਹਦੇ ਅੰਦਰੋਂ ਫਿਰ ਕਾਮ ਕ੍ਰੋਧ ਮੋਹ ਐਰਾ ਵਗੈਰਾ ਸਭ ਇਹ ਜ਼ਹਿਰ ਜਿਹੜੀ ਖਤਮ ਹੋ ਜਾਂਦੀ। ਕਿਉਂਕਿ ਇਹ ਕਾਮ ਅਤੇ ਕ੍ਰੋਧ ਮੋਹ 'ਚੋਂ ਨਿਕਲਦੇ ਨੇ। ਜੇ ਸਾਡੇ ਅੰਦਰ ਮੋਹ ਹੀ ਨਹੀਂ ਤਾਂ ਇਹ ਦੋਨੋਂ ਚੀਜ਼ਾਂ ਨਹੀਂ ਹੋਣਗੀਆਂ, ਇਹ ਦੋਨੋਂ ਚੀਜ਼ਾਂ ਵੀ ਨਹੀਂ ਹੋਣ। ਬਿਨ ਵਖਰ ਸੂਨੋ ਘਰ ਹਾਟ, ਵਖਰ ਹੁੰਦਾ ਸੌਦਾ। ਨਾਮ ਰੂਪੀ ਸੌਦੇ ਤੋਂ ਬਿਨਾਂ ਸਾਡਾ ਘਰ, ਸਾਡੀ ਹੱਟੀ ਸੁੰਨੀ ਹੈ, ਜਿੱਥੇ ਕੁਝ ਵੀ ਨਹੀਂ। ਅਜੀ ਘਰ ਸੁੰਨਾ ਪਿਆ ਵੀ ਘਰ 'ਚ ਕੋਈ ਨਹੀਂ ਰਹਿ ਰਿਹਾ। ਜਿੱਥੇ ਕੋਈ ਨਾ ਹੋਵੇ ਉਹਨੂੰ ਕਹਿੰਦੇ ਨੇ ਸੁੰਨਾ। ਬਿਨਾਂ ਨਾਮ ਰੂਪੀ ਵਖਰ ਤੋਂ ਜਿਹੜਾ ਸਾਡਾ ਹਿਰਦਾ ਹੈ ਉਹ ਤਾਂ ਕਹਿੰਦੇ ਖਾਲੀ ਹੈ, ਖਾਲੀ। ਗੁਰ ਮਿਲ ਖੋਲੇ ਬਜਰ ਕਪਾਟ, ਬਜਰ ਹੁੰਦਾ ਸਖਤ, ਕਪਾਟ ਹੁੰਦਾ ਦਰਵਾਜ਼ੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਸਖਤ ਦਰਵਾਜ਼ੇ ਨੇ, ਕਹਿੰਦੇ ਤੇ ਗੁਰੂ ਨੂੰ ਮਿਲ ਕੇ ਹੀ ਖੋਲ੍ਹੇ ਜਾ ਸਕਦੇ ਹਨ। ਗੁਰੂ ਨੂੰ ਮਿਲ ਕੇ ਖੋਲ੍ਹੇ ਜਾ ਸਕਦੇ, ਕਿਉਂਕਿ ਪਰਮਾਤਮਾ ਦੇ ਦਰ 'ਚ ਵੜਨਾ ਹੈ, ਦਸਮ ਦੁਆਰ ਜਾਣਾ ਹੈ, ਤਾਂ ਉਹਦੇ ਜਿਹੜੇ ਦਰਵਾਜ਼ੇ ਬੜੇ ਸਖਤ ਨੇ, ਉਹ ਗੁਰੂ ਨੂੰ ਮਿਲ ਕੇ ਹੀ ਖੁੱਲ੍ਹ ਸਕਦੇ ਹਨ। ਅੱਗੇ ਕਹਿੰਦੇ ਸਾਧ ਮਿਲੈ ਪੂਰਬ ਸੰਯੋਗ,
ਸੱਚ ਰਹਿਸੇ ਪੂਰੇ ਹਰ ਲੋਗ, ਮਨ ਤਨ ਦੇ ਲੈ ਸਹਿਜ ਸੁਭਾਏ, ਨਾਨਕ ਤਿਨ ਕੈ ਲਾਗੂ ਪਾਏ। ਕਹਿੰਦੇ ਸਾਧ ਮਿਲੈ ਪੂਰਵ ਸੰਜੋਗ। ਸਾਧੂ ਜਾਂ ਗੁਰੂ ਵੀ ਪਿਛਲੇ ਜਨਮਾਂ ਦੇ ਸੰਯੋਗਾਂ ਕਾਰਨ ਮਿਲਦਾ ਹੈ। ਜਿਵੇਂ ਇੱਕ ਵਾਰੀ ਪੰਚਮ ਪਾਤਸ਼ਾਹ ਨੂੰ, ਜਿਨ੍ਹਾਂ ਨੇ ਗੁਰਬਾਣੀ ਲਿਖੀ, ਭਾਈ ਗੁਰਦਾਸ ਜੀ, ਪੰਚਮ ਪਾਤਸ਼ਾਹ ਨੂੰ ਭਾਈ ਗੁਰਦਾਸ ਜੀ ਪੁੱਛਦੇ ਵੀ ਮੰਨ ਲਓ ਇੱਕ ਨਗਰ 'ਚ 3 ਬ੍ਰਹਮ ਗਿਆਨੀ ਨੇ, ਆਪਾਂ ਨੂੰ ਉਹਨਾਂ 'ਚੋਂ ਇੱਕੋ ਹੀ ਚੰਗਾ ਲੱਗਦਾ ਅਤੇ ਕਈਆਂ ਨੂੰ ਕੋਈ ਵੀ ਨਹੀਂ ਚੰਗਾ ਲੱਗਦਾ, ਵੀ ਇਹ ਕੀ ਕਾਰਨ ਹੈ? ਹਾਲਾਂਕਿ ਤਿੰਨੇ ਬ੍ਰਹਮ ਗਿਆਨੀ ਨੇ, ਸਾਡਾ ਤਿੰਨਾਂ ਨਾਲ ਹੀ ਪਿਆਰ ਹੋਣਾ ਚਾਹੀਦਾ, ਪਰ ਉਹਨਾਂ ਤਿੰਨਾਂ 'ਚੋਂ ਇੱਕ ਹੀ ਚੰਗਾ ਲੱਗਦਾ, 2 ਚੰਗੇ ਨਹੀਂ ਲੱਗਦੇ। ਉਹ ਕਹਿੰਦੇ ਜਿਹਦੇ ਨਾਲ ਤੁਹਾਡਾ ਪਿਛਲੇ ਜਨਮ ਦਾ ਸੰਯੋਗ ਹੈ, ਸਿਰਫ ਉਹੀ ਤੁਹਾਨੂੰ ਚੰਗਾ ਲੱਗੇਗਾ, ਉਹਨੂੰ ਹੀ ਤੁਸੀਂ ਮਿਲਣ ਜਾਵੋਗੇ। ਜੇ ਮੰਨ ਲਓ ਤੁਹਾਨੂੰ ਨੌਕਰੀ ਮਿਲੀ, ਤੁਸੀਂ ਪਹਿਲੇ ਦਿਨ ਜੁਆਇਨ ਕਰਨਾ ਦਫ਼ਤਰ, ਤੁਸੀਂ ਉੱਥੇ ਜੁਆਇਨ ਕੀਤਾ, ਕੋਈ ਨਾ ਕੋਈ ਉੱਥੋਂ ਦਾ ਕਰਮਚਾਰੀ ਤੁਹਾਨੂੰ ਚਾਹ ਪਾਣੀ ਪਿਲਾਏਗਾ ਪਹਿਲੇ ਦਿਨ। ਜੇ ਤੁਸੀਂ ਰੋਟੀ ਨਹੀਂ ਲੈ ਕੇ ਗਏ, ਹਾਫ ਟਾਈਮ 'ਚ ਰੋਟੀ ਖਾਣ ਲੱਗੇ, ਤੁਹਾਨੂੰ ਕਹਿ ਲੈ ਭਾਈ ਤੂੰ ਵੀ ਇੱਕ ਅੱਧੀ ਖਾ ਲੈ, ਬਾਕੀ ਨਹੀਂ ਪੁੱਛਣਗੇ, ਇੱਕ ਅੱਧੀ ਪੁੱਛੇਗਾ। ਆਖਰਕਾਰ ਤੁਸੀਂ ਬਿਲਕੁਲ ਨਵੇਂ ਹੋ, ਇੱਕ ਨੇ ਤੁਹਾਨੂੰ ਚਾਹ ਪਾਣੀ ਵੀ ਪੁੱਛਿਆ, ਰੋਟੀ ਪਾਣੀ ਵੀ ਪੁੱਛਿਆ, ਕਿਉਂ? ਉਹ ਪਿਛਲੇ ਜਨਮਾਂ ਦੇ ਉਹਦੇ ਨਾਲ ਸੰਯੋਗ ਸਨ। ਨਾ ਪੁੱਛਣ ਵਾਲੇ ਨੂੰ ਪਤਾ ਕਿ ਮੈਂ ਪਿਛਲੇ ਜਨਮ ਦਾ ਇਸ ਨੂੰ ਜਾਣਦਾ ਹਾਂ, ਅਤੇ ਨਾ ਖਾਣ ਵਾਲੇ ਨੂੰ ਪਤਾ ਮੈਂ ਇਸ ਨੂੰ ਜਾਣਦਾ ਹਾਂ। ਪਿਛਲੇ ਜਨਮ ਦੀ ਜਾਣਕਾਰੀ ਦੇ ਤਾਂ ਸਾਨੂੰ ਚੰਗਾ ਲੱਗਦਾ। ਸਾਰੇ ਕਰਮਚਾਰੀ ਚੰਗੇ ਨਹੀਂ ਲੱਗਦੇ, ਉਹਨਾਂ 'ਚ ਕੁਝ ਬਹੁਤ ਚੰਗੇ ਲੱਗਦੇ ਨੇ, ਕੁਝ ਥੋੜ੍ਹੇ ਚੰਗੇ ਲੱਗਦੇ ਨੇ, ਕੁਝ ਚੰਗੇ ਹੀ ਨਹੀਂ ਲੱਗਦੇ। ਹਾਲਾਂਕਿ ਹੁੰਦੇ ਤਾਂ ਚੰਗੇ ਨੇ, ਪਰ ਸਾਨੂੰ ਨਹੀਂ ਚੰਗੇ ਲੱਗਦੇ। ਉਹਨਾਂ ਨਾਲ ਸਾਡੇ ਉਹੇ ਜਿਹੋ ਜਿਹੇ ਸਾਡੇ ਸੰਬੰਧ ਪਿਛਲੇ ਜਨਮ ਸਨ ਕਿਸੇ ਨਾਲ, ਉਹੋ ਜਿਹੇ ਇੱਥੇ ਹੁੰਦੇ ਨੇ, ਉਹੀ ਇੱਥੇ ਦੇ। ਸੋ ਇਸ ਲਈ ਇਹ ਮਗਰਲੇ ਸੰਯੋਗਾਂ ਕਾਰਨ, ਗੁਰੂ ਜਾਂ ਸਾਧੂ ਪਿਛਲੇ ਜਨਮਾਂ ਦੇ ਸੰਯੋਗਾਂ ਕਾਰਨ ਮਿਲਦੇ ਨੇ। ਜਿਸ ਨਾਲ ਸੰਯੋਗ ਹੁੰਦਾ ਉਹਦੇ ਨਾਲ ਹੀ ਸਾਡਾ ਪ੍ਰੇਮ ਹੁੰਦਾ। ਸਾਧ ਮਿਲੈ ਪੂਰਵ ਸੰਯੋਗ। ਸਾਧ ਜਾਂ ਗੁਰੂ ਪਿਛਲੇ ਜਨਮ ਦੇ, ਪੂਰਵ ਦੇ ਪਿਛਲੇ ਜਨਮ ਦੇ ਸੰਯੋਗਾਂ ਕਾਰਨ ਮਿਲਦਾ ਹੈ। ਸੱਚ ਰਹਿਸੇ ਪੂਰੇ ਹਰ ਲੋਕ। ਫਿਰ ਜਿਹੜੇ ਹਰੀ ਦੇ ਲੋਕ ਹਨ, ਹਰੀ ਦੇ ਸੇਵਕ ਹਨ, ਹਰੀ ਦਾ ਨਾਮ ਜਪਣ ਵਾਲੇ ਹਨ, ਸੱਚ, ਉਹ ਪਰਮਾਤਮਾ ਦੇ ਨਾਮ ਵਿੱਚ ਰਹਿਸੇ ਖੁਸ਼ ਰਹਿੰਦੇ ਨੇ। ਉਹ ਪੂਰਨ ਹੁੰਦੇ ਹਨ ਅਤੇ ਉਹ ਖੁਸ਼ ਰਹਿੰਦੇ ਪਰਮਾਤਮਾ ਦੇ ਨਾਮ ਜਪ ਕੇ। ਮਨ ਤਨ ਦੇ ਲੈ ਸਹਿਜ ਸੁਭਾਏ। ਉਹ ਆਪਣਾ ਮਨ ਅਤੇ ਤਨ ਸਹਿਜ ਸੁਭਾਅ ਹੀ ਪਰਮਾਤਮਾ ਨੂੰ ਅਰਪਣ ਕਰ ਦਿੰਦੇ ਹਨ ਜਾਂ ਗੁਰੂ ਨੂੰ ਅਰਪਣ ਕਰ ਦਿੰਦੇ ਹਨ। ਨਾਨਕ ਤਿਨ ਕੈ ਲਾਗੂ ਪਾਏ। ਗੁਰੂ ਮਹਾਰਾਜ ਕਹਿੰਦੇ ਮੈਂ ਉਹਨਾਂ ਦੇ ਚਰਨੀ ਲੱਗਦਾ। ਪਾਏ ਬੋਲੋਗੇ ਫਾਰਸੀ ਦਾ ਸ਼ਬਦ ਹੈ, ਅਰਥ ਹੈ ਚਰਨ। ਪਾਏ ਬੋਲੋਗੇ ਹਿੰਦੀ ਦਾ ਸ਼ਬਦ ਹੈ, ਅਰਥ ਹੈ ਚਰਨ। ਇਹ ਤੁਹਾਡੇ ਆਪਣੀ ਮਰਜ਼ੀ। ਜਿਵੇਂ ਸਹਿਜ ਸੁਭਾਏ, ਸੁਭਾਏ ਬਿਨਾਂ ਬਿੰਦੀ ਤੋਂ ਨਾ, ਇਸ ਲਈ ਪਾਏ ਫਿਰ ਠੀਕ ਜੁੜੇਗਾ। ਨਾਨਕ ਤਿਨ ਕੈ ਲਾਗੋਂ ਪਾਏ। ਗੁਰੂ ਮੈਂ ਕਿਹਾ ਮੈਂ ਉਹਨਾਂ ਦੇ ਚਰਨੀ ਲੱਗਦਾ। ਕਿਹਨਾਂ ਦੇ? ਜਿਨ੍ਹਾਂ ਨੂੰ ਗੁਰੂ ਮਿਲ ਪਿਆ ਹੈ, ਜਿਹੜੇ ਪਰਮਾਤਮਾ ਦਾ ਨਾਮ ਜਪਦੇ ਹਨ, ਜਿਨ੍ਹਾਂ ਨੇ ਸਹਿਜ ਸੁਭਾਏ ਆਪਣਾ ਮਨ ਅਤੇ ਤਨ ਗੁਰੂ ਨੂੰ ਅਰਪਣ ਕਰ ਦਿੱਤਾ ਹੈ। ਕਹਿੰਦੇ ਮੈਂ ਇਹੋ ਜਿਹੇ ਚਰਨੀ ਲੱਗਦਾ। ਗੌੜੀ ਮਹਿਲਾ ਪਹਿਲਾ। ਕਾਮ ਕ੍ਰੋਧ ਮਾਇਆ ਮਹਿ ਚੀਤ, ਝੂਠ ਵਿਕਾਰ ਜਾਗੈ ਹਿਤ ਚੀਤ, ਪੂੰਜੀ ਪਾਪ ਲੋਭ ਕੀ ਕੀਤ, ਤਰ ਧਾਰੀ ਮਨ ਨਾਮ ਸੁਚੀਤ।
ਕਾਮ ਕ੍ਰੋਧ ਮਾਇਆ ਮਹਿ ਚੀਤ। ਇਹ ਜਿਹੜਾ ਮਨੁੱਖ ਦਾ ਜਿਹੜਾ ਚਿੱਤ ਹੈ ਉਹ ਕਾਹਦੇ 'ਚ? ਕਾਮ ਕ੍ਰੋਧ ਅਤੇ ਮਾਇਆ 'ਚ ਹੈਗਾ। ਸਾਰਾ ਧਿਆਨ ਇਹਦਾ ਇਸੇ ਪਾਸੇ ਹੀ ਹੈ। ਕ੍ਰੋਧ ਕਦੋਂ ਪੈਦਾ ਹੁੰਦਾ? ਜਦੋਂ ਸਾਡੀ ਇੱਛਾ ਪੂਰੀ ਨਹੀਂ ਹੁੰਦੀ, ਉਦੋਂ ਅੰਦਰ ਕ੍ਰੋਧ ਪੈਦਾ ਹੁੰਦਾ। ਬੱਚਾ ਸ਼ਰਾਰਤ ਕਰ ਰਿਹਾ, ਤੁਸੀਂ ਕਹਿੰਦੇ ਓਏ ਸ਼ਰਾਰਤ ਨਾ ਕਰ, ਹੁਣ ਤੁਹਾਡਾ ਮੰਨੇ ਨਹੀਂ, ਉਹ ਕਰੀ ਹੋਈ ਜਾ ਰਿਹਾ। ਤੁਹਾਡੀ ਇੱਛਾ ਸੀ ਕਿ ਮੈਂ ਇਹਨੂੰ ਕਹਾਂ ਸ਼ਰਾਰਤ ਬੰਦ ਕਰ ਦੇ, ਬੰਦ ਕਰ ਦੇ, ਇਹਨੇ ਕੀਤੀ ਨਹੀਂ, ਇਹ ਤੁਹਾਡਾ ਕ੍ਰੋਧ ਚੜ੍ਹਦਾ ਕਿਉਂ? ਤੁਹਾਡੀ ਇੱਛਾ ਨਹੀਂ ਪੂਰੀ ਹੋਈ। ਕ੍ਰੋਧ ਇਸੇ ਲਈ ਚੜ੍ਹਦਾ ਵੀ ਸਾਡੀ ਇੱਛਾ ਨਹੀਂ ਪੂਰੀ ਹੋ ਰਹੀ। ਅਤੇ ਕਾਮ ਮੋਹ 'ਚੋਂ ਪੈਦਾ ਹੁੰਦਾ। ਜੇ ਕਿਸੇ ਦੇ ਸਰੀਰ ਨਾਲ ਤੁਹਾਡਾ ਮੋਹ ਹੀ ਨਹੀਂ ਹੈ, ਤੁਹਾਡੇ ਅੰਦਰ ਕਾਮ ਨਹੀਂ ਪੈਦਾ ਹੋਵੇਗਾ। ਇਹ ਸਰੀਰ ਨੂੰ ਵੇਖ ਕੇ ਹੁੰਦਾ ਹੈ। ਸਰੀਰ ਨੂੰ ਵੇਖ ਕੇ ਸਾਡੇ ਅੰਦਰ ਮੋਹ ਪੈਦਾ ਹੁੰਦਾ ਹੈ। ਮੋਹ ਪੈਦਾ ਹੋਣ ਕੇ ਅੰਦਰ ਕਾਮ ਬਿਰਤੀ ਪੈਦਾ ਹੁੰਦੀ। ਅਗਰ ਮੋਹ ਨਹੀਂ ਹੈਗੀ ਫਿਰ ਨਹੀਂ। ਇਹ ਮਨੁੱਖ ਦੇ ਚਿੱਤ ਵਿੱਚ ਕਾਮ ਹੈ, ਕ੍ਰੋਧ ਹੈ, ਮਾਇਆ ਦਾ ਖਿਆਲ ਹੈ। ਝੂਠ ਵਿਕਾਰ ਜਾਗੈ ਹਿਤ ਚੀਤ। ਇਹਦਾ ਜਿਹੜਾ ਚਿੱਤ ਹੈ ਉਹ ਝੂਠ ਵਿੱਚ, ਵਿਕਾਰ ਬੁਰਾਈਆਂ ਵਿੱਚ ਸਦਾ ਹੀ ਜਾਗਦਾ। ਝੂਠ ਬੋਲਣ ਲਈ ਵੀ ਤਿਆਰ ਹੈ, ਬੁਰਾਈਆਂ ਕਰਨੀ ਤਾਂ ਵੀ ਜਾਗਦਾ। ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਚੋਰੀ ਕਰਨੀ ਹੈ, ਡਾਕੇ ਮਾਰਨਾ ਹੈ, ਠੱਗੀਆਂ ਕਰਨੀਆਂ, ਬਦਮਾਸ਼ੀਆਂ ਕਰਨਾ, ਰਾਤ ਨੂੰ ਜਾਗਦਾ ਰਹਿੰਦਾ ਹੈ। ਜਾਗਦਾ ਰਹਿੰਦਾ ਬੰਦਾ ਦੋ ਗੱਲਾਂ ਕਰਕੇ ਹੀ ਜਾਗਦਾ ਹੈ। ਜਾਂ ਤਾਂ ਪੁੱਠੇ ਕਰਮ ਕਰਨੇ ਹੋਣ ਤਾਂ ਵੀ ਜਾਗਦਾ, ਜਾਂ ਮਾਇਆ ਮਿਲਣੀ ਹੋਵੇ ਤਾਂ ਵੀ ਜਾਗਦਾ, ਤਾਂ ਵੀ ਜਾਗਦਾ। ਕਿਸੇ ਬੀਬੀ ਨੂੰ ਕਹਦੇ ਰਾਤੀ 12 ਤੋਂ 2 ਬੀਬੀ ਜੀ ਰੌਲ ਲਾਉਣੀ, ਪਾਠੀ ਆਇਆ ਨਹੀਂ। ਰਾਤ ਨੂੰ ਜੀ ਕਿਸੇ ਬੰਦੇ ਦੀ ਲਾ ਦਿਓ। ਨਹੀਂ ਬੀਬਾ 200 ਰੁਪਈਆ ਮਿਲੂਗਾ। ਚਲੋ ਫਿਰ ਮੈਂ ਸੋਚਦੀ ਹਾਂ ਜੀ। ਫਿਰ ਕਹਿੰਗੇ ਮੈਂ ਸੋਚਦੀ, ਅੱਛਾ ਆ ਜਾਵਾਂਗੇ ਜੀ। ਕਿਉਂ 200 ਮਿਲਣਾ? ਉਂਝ ਰਾਤ ਨੂੰ ਜੀ, ਅੱਧੀ ਰਾਤ ਨੂੰ ਜੀ ਕਿਸੇ ਬੰਦੇ ਨੂੰ ਕਹਿ ਦਿਓ ਜੀ, ਨਹੀਂ ਬੀਬਾ 200 ਮਿਲਣੇ ਨੇ। ਅੱਛਾ ਜੀ, ਫਿਰ ਆਉਣੀ ਮੈਂ ਔਖੀ ਸੌਖੀ। ਜਾਂ ਮਾਇਆ ਦੀ ਖਤਰ ਆ। ਆਹ ਕਾਰਖਾਨੇ 24 ਘੰਟੇ ਚੱਲਦੇ ਨੇ, ਰਾਤ ਨੂੰ ਜਾਂਦੇ ਨੇ ਡਿਊਟੀਆਂ 'ਤੇ। ਰਾਤ ਨੂੰ ਡਿਊਟੀਆਂ 'ਤੇ ਜਾਂਦੇ ਨੇ ਨਾ, ਕਿਉਂ ਜਾਂਦੇ ਨੇ? ਪੈਸੇ ਮਿਲਦੇ ਨੇ। ਇਹ ਪੈਸੇ ਦੀ ਖਾਤਰ ਜਾਂ ਪੁੱਠੇ ਕੰਮ ਕਰਨ ਦੀ ਖਾਤਰ ਬੰਦਾ ਰਾਤਾਂ ਨੂੰ ਵੀ ਜਾਗਦਾ ਹੈ। ਇਹਦਾ ਸਾਰਾ ਚਿੱਤ ਵਿਕਾਰਾਂ ਵਿੱਚ ਹੈ, ਝੂਠ ਵਿੱਚ ਹੈ। ਪੂੰਜੀ ਪਾਪ ਲੋਭ ਕੀ ਕੀਤ। ਇਹਨੇ ਪਾਪ, ਜਿੱਥੇ ਲੋਭ ਹੋਏਗਾ ਉੱਥੇ ਪਾਪ ਹੋਏਗਾ। ਇਹ ਯਾਦ ਰੱਖਣਾ। ਜਿੱਥੇ ਲਾਲਚ ਹੋਏਗਾ ਉੱਥੇ ਪਾਪ ਹੋਏਗਾ। ਮਾਇਆ ਇਕੱਠੀ ਕਰਨ ਦਾ ਲਾਲਚ ਹੈ ਤਾਂ ਗੁਰਬਾਣੀ ਦੇ ਪਾਪਾਂ ਬਾਝੋਂ ਹੋਵੇ ਨਾਹੀਂ, ਮੋਇਆਂ ਸਾਥ ਨਾ ਜਾਏ। ਬਹੁਤਾ ਧਨ ਪਾਪਾਂ ਤੋਂ ਬਿਨਾਂ ਇਕੱਠਾ ਨਹੀਂ ਹੁੰਦਾ। ਕਿੰਨੇ ਪ੍ਰਕਾਰ ਦੀ ਟੈਕਸ ਜਿਹੜੇ ਨੇ, ਠੱਗੀਆਂ ਠੋਰੀਆਂ ਕਰਨੀਆਂ ਪੈਂਦੀਆਂ, ਕਿੰਨਾ ਕੁਛ ਬੰਦਾ ਕਰਦਾ ਹੈ। ਜੇ ਸਾਰੇ ਟੈਕਸ ਭਰੇ ਜਾਂਦੇ ਬਚਦੇ ਹੀ ਕੱਖ ਨਹੀਂ ਬੰਦੇ ਨੂੰ, ਕਿਉਂਕਿ ਜਿੰਨੀ ਆਮਦਨ ਵੱਧਦੀ ਟੈਕਸ ਦਾ ਰੇਟ ਵੀ ਉਨੀ ਵੱਧ ਜਾਂਦਾ। ਤੁਹਾਡੀ ਆਮਦਨ ਥੋੜ੍ਹੇ 10% ਟੈਕਸ ਲੱਗੂ, ਉਦੋਂ ਵੱਧ ਆਮਦਨ 20% ਲੱਗੂ, ਉਦੋਂ ਵੱਧ ਆਮਦਨ 30% ਲੱਗੂ, ਐਂ ਟੈਕਸ ਲੱਗੂ। ਅਤੇ ਜਿੱਥੇ ਤੁਹਾਡੇ 100 ਚੋਂ 40 ਰੁਪਈਏ ਹੀ ਕੱਟ ਲੈਣੇ, ਬਾਕੀ ਵੀ ਕਿੱਥੇ ਇਕੱਠੇ ਕਰ ਲਓਗੇ ਤੁਸੀਂ? ਤਾਂ ਗੁਰਬਾਣੀ ਕਹਿੰਦੀ ਪਾਪਾਂ ਬਾਝੋਂ ਹੋਵੇ ਨਾਹੀਂ, ਮੋਇਆਂ ਸਾਥ ਨਾ ਜਾਏ। ਇਸ ਲਈ ਗੁਰੂ ਮਹਾਰਾਜ ਕਹਿੰਦੇ ਇਹ ਮਨੁੱਖ ਪੂੰਜੀ ਪਾਪ ਲੋਭ ਕੀ ਕੀਤ। ਇਹਨੇ ਤਾਂ ਪਾਪ ਅਤੇ ਲੋਭ ਦੀ ਪੂੰਜੀ ਇਕੱਠੀ ਕੀਤੀ ਹੋਈ ਹੈ। ਤਾਰ ਤਾਰੀ ਮਨ ਨਾਮ ਸੁਚੇਤ। ਕਹਿੰਦੇ ਸੁਚੇਤ ਹੋ ਕੇ ਤੂੰ ਪਰਮਾਤਮਾ ਦਾ ਨਾਮ ਜਪ, ਫਿਰ ਤੂੰ ਇਸ ਸੰਸਾਰ ਦੀ ਤਾਰੀ ਤਰ ਸਕਦਾ ਹੈ। ਫਿਰ ਤੂੰ ਇਸ ਸੰਸਾਰ ਨੂੰ, ਭਵਸਾਗਰ ਨੂੰ ਤਰ ਸਕਦਾ ਹੈ। ਜੇ ਸੁਚੇਤ ਹੋ ਕੇ ਮਨ ਕਰਕੇ ਤੂੰ ਨਾਮ ਜਪੇ, ਫਿਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਤੂੰ
ਬਚ ਸਕਦਾ। ਵਾਹ ਵਾਹ, ਇਹਨੂੰ ਵਾਹੋ ਵਾਹ ਨਹੀਂ ਬੋਲਣਾ। ਇਹ ਜਿਹੜਾ ਵਾਹ ਸ਼ਬਦ ਹੈ ਅਰਬੀ ਭਾਸ਼ਾ ਦਾ, ਫਾਰਸੀ ਦਾ ਵੀ ਨਹੀਂ ਹੈ, ਇਹ ਅਰਬੀ ਭਾਸ਼ਾ ਦਾ। ਅਤੇ ਉੱਥੇ ਇਹਦਾ ਅਰਥ ਧੰਨ ਧੰਨ, ਜਿਵੇਂ ਆਪਾਂ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਧੰਨ ਇਹ ਗੁਰੂ ਤੂੰ ਧੰਨ ਹੈ ਧੰਨ। ਇਸ ਲਈ ਇਹਨੂੰ ਵਾਹੋ ਨਹੀਂ ਪੈਣਾ। ਇਹ ਪੁਲਿੰਗ ਹੋਣ ਕਰਕੇ ਆਹ ਇਹਨੂੰ ਔਂਕੜ ਲੱਗਾ ਹੋਇਆ। ਵਾਹ 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 ਸਾਚੇ, ਸਾਚਾ ਪੁਲਿੰਗ ਹੈ, ਸਾਚੀ ਇਸਤਰੀ ਲਿੰਗ ਹੈ। ਜੇ ਸਾਚੀ ਹੁੰਦਾ ਫਿਰ ਹਾਹੇ ਨੂੰ ਔਂਕੜ ਨਹੀਂ ਸੀ ਲੱਗਣਾ, ਫਿਰ ਵਾਹ ਵਾਹ ਸਾਚੀ ਮੈਂ ਤੇਰੀ ਟੇਕ, ਫਿਰ ਐ ਹੋਣਾ ਸੀ। ਇੱਥੇ ਸਾਚੇ, ਹੇ ਸੱਚੇ ਪ੍ਰਭੂ, ਇਹ ਪੁਲਿੰਗ ਹੈ। ਇਸ ਲਈ ਇਸ ਤੋਂ ਪਹਿਲਾ ਜਿਹੜਾ ਸ਼ਬਦ ਹੈ ਉਹ ਵੀ ਪੁਲਿੰਗ ਹੈ, ਅਤੇ ਪੁਲਿੰਗ ਜਿਹੜਾ ਸ਼ਬਦ ਹੁੰਦਾ ਹੈ ਉਹਦੇ ਅਖੀਰਲੇ ਅੱਖਰ ਨੂੰ ਔਂਕੜ ਲੱਗਾ ਹੁੰਦਾ, ਇਸ ਕਰਕੇ ਉਹ ਬੋਲਣ ਲਈ ਨਹੀਂ ਹੁੰਦਾ। ਜਿਵੇਂ ਰਾਹ, ਰਾਰੇ ਨੂੰ ਕਰਨਾ ਹਾਹੇ ਨੂੰ ਔਂਕੜ ਲਿਖੇ ਦੇ ਕਈ ਵਾਰ, ਉਹ ਰਾਹੋ ਨਹੀਂ ਹੈ, ਰਾਹ ਹੈ। ਇਹ ਪੁਲਿੰਗ ਹੈ ਸ਼ਬਦ, ਇਸ ਕਰਕੇ ਹਾਹੇ ਨੂੰ ਔਂਕੜ ਲੱਗੇ ਤੇ ਇੱਕ ਵਚਨ। ਵਾਹ ਵਾਹ ਸਾਚੇ ਮੈਂ ਤੇਰੀ ਟੇਕ, ਹੋਂ ਪਾਪੀ ਤੂੰ ਨਿਰਮਲ ਏਕ। ਹੇ ਪਰਮਾਤਮਾ ਤੂੰ ਧੰਨ ਹੈ, ਤੂੰ ਧੰਨ ਹੈ, ਮੈਂ ਤੇਰੀ ਟੇਕ, ਮੈਨੂੰ ਤੇਰਾ ਹੀ ਓਟ ਆਸਰਾ ਹੈ। ਅਖੀਰਲਾ ਓਟ ਆਸਰਾ ਪਰਮਾਤਮਾ ਹੀ ਹੁੰਦਾ। ਪਹਿਲਾ ਬੰਦਾ ਸਾਰੇ ਯਤਨ ਕਰਦਾ ਰਹਿੰਦਾ ਹੈ, ਫਿਰ ਜਦੋਂ ਬੇਵੱਸ ਹੋ ਜਾਂਦਾ ਹੈ ਫਿਰ ਉਹ ਪਰਮਾਤਮਾ ਦਾ ਓਟ ਆਸਰਾ ਰਹਿੰਦਾ। ਦ੍ਰੋਪਦੀ ਨੂੰ ਜਦੋਂ ਹੁਕਮ ਹੋਇਆ ਕਿ ਭਰੀ ਸਭਾ 'ਚ ਇਹਨੂੰ ਨੰਗਿਆਂ ਕਰ ਦਿਓ, ਦੇਖੋ ਉਹਨੂੰ ਵਿਸ਼ਵਾਸ ਸੀ ਕਿ ਭਰੀ ਸਭਾ 'ਚ ਮੇਰਾ ਗੁਰੂ ਬੈਠਾ ਹੈ, ਉਹ ਮੈਨੂੰ ਨੰਗਿਆਂ ਕਿਵੇਂ ਹੋਣ ਦੇਵੇਗਾ। ਭਰੀ ਸਭਾ 'ਚ ਮੇਰੇ 5 ਪਤੀ ਬੈਠੇ ਨੇ, ਇਹਨਾਂ ਦੀ ਕੀ ਤਾਕਤ ਉਹਨਾਂ ਦੇ ਸਾਹਮਣੇ ਮੈਨੂੰ ਨੰਗਿਆਂ ਕਰ ਜਾਣ। ਹਾਂਜੀ, ਜਦੋਂ ਨੰਗਿਆਂ ਕਰਨ ਲੱਗੇ ਨਾ ਗੁਰੂ ਬੋਲਿਆ ਨਾ ਪਤੀ ਬੋਲੇ, ਉਹਨੇ ਸਾੜੀ ਲਾਉਣੀ ਸ਼ੁਰੂ ਕਰਤੀ। ਉਹਨੇ ਦੇਖਿਆ ਵੀ ਇਹਨਾਂ 'ਚ ਤਾਂ ਕੋਈ ਉੱਠੇ ਨਹੀਂ ਮੇਰੀ ਰੱਖਿਆ ਕਰਨ ਲਈ, ਅਤੇ ਇਹ ਤਾਂ ਮੈਨੂੰ ਬਸ ਇੱਕ ਲੜ ਹੋਰ ਲੈ ਤੇ ਨੰਗਿਆਂ ਕਰ ਦੇਣਗੇ। ਉਹਨੇ ਉਸੇ ਵੇਲੇ ਕ੍ਰਿਸ਼ਨ ਮਹਾਰਾਜ ਨੂੰ ਯਾਦ ਕੀਤਾ, ਅਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਇਹ ਦੁਰਯੋਧਨ ਵਰਗੇ 7 ਦਿਨ ਕੱਪੜੇ ਲਾਉਂਦੇ ਰਹੇ ਪਰ ਉਹ ਨੰਗੀ ਨਹੀਂ ਕਰ ਸਕੇ। ਭਗਵਾਨ ਨੇ ਕਿਰਪਾ ਕਰ ਦਿੱਤੀ। ਅਖੀਰ ਨੂੰ ਬੰਦਾ ਪਰਮਾਤਮਾ ਦਾ ਓਟ ਆਸਰਾ ਲੈਂਦਾ। ਫਿਰ ਬਾਅਦ ਦੇ ਵਿੱਚ ਇਹ ਬੀਬੀ ਕ੍ਰਿਸ਼ਨ ਮਹਾਰਾਜ ਨੂੰ ਮਿਲੀ ਦ੍ਰੋਪਦੀ, ਕਹਿੰ ਜੀ ਤੁਸੀਂ ਬਹੁਤ ਲੇਟ ਆਏ। ਕਹਿੰਦੇ ਨਾ ਦ੍ਰੋਪਦੀ, ਜਦੋਂ ਤੂੰ ਯਾਦ ਕੀਤਾ ਮੈਂ ਤਾਂ ਉਹਦੀ ਪਹੁੰਚ ਗਿਆ। ਕਹਿ ਨਹੀਂ ਜੀ ਮੈਂ ਕਿੰਨੀ ਦੇਰ ਆਵਾਜ਼ਾਂ ਮਾਰਦੀ ਰਹੀ। ਕਹਿਣਾ ਪਹਿਲਾਂ ਤੈਨੂੰ ਉਮੀਦ ਸੀ ਤੇਰੇ ਪਤੀ ਤੇਰੀ ਸਹਾਇਤਾ ਕਰਨਗੇ, ਇੱਥੇ ਗੁਰੂ ਬੈਠਾ ਦਰੋਣਾਚਾਰੀਆ ਵਰਗੇ, ਉਹ ਤੇਰੀ ਸਹਾਇਤਾ ਕਰਨਗੇ, ਫਲਾਣਾ ਤੇਰੀ ਸਹਾਇਤਾ ਕਰੇਗਾ। ਮੈਨੂੰ ਤਾਂ ਤੂੰ ਉਦੋਂ ਯਾਦ ਕੀਤਾ ਜਦ ਤੂੰ ਬੇਵੱਸ ਹੋ ਗਈ, ਅਤੇ ਜਿਉਂ ਹੀ ਤੂੰ ਮੈਨੂੰ ਯਾਦ ਕੀਤਾ ਮੈਂ ਆ ਗਿਆ। ਇਸ ਲਈ ਜਦੋਂ ਬੰਦਾ ਸੱਚੇ ਦਿਲੋਂ ਰੱਬ ਨੂੰ ਯਾਦ ਕਰਦਾ ਕਿ ਤੇਰੇ ਤੋਂ ਬਿਨਾਂ ਮੇਰਾ ਹੋਰ ਕੋਈ ਨਹੀਂ ਹੈ, ਬਸ ਫਿਰ ਉਹ ਸਹਾਇਤਾ ਕਰਦਾ। ਜਿਵੇਂ ਤੁਸੀਂ 2 ਬੰਦਿਆਂ ਨੂੰ ਸਿਫਾਰਿਸ਼ ਲਾ ਦਿਓ, ਤੁਹਾਡਾ ਕੰਮ ਨਹੀਂ ਹੋਵੇਗਾ। ਕਦੇ ਵੀ ਕਿਸੇ ਦਫ਼ਤਰ 'ਚ ਕਿਸੇ ਵੀ ਕੰਮ ਲਈ 2 ਬੰਦੇ ਨੂੰ ਕਹਿ ਕੇ ਵੇਖ ਲਓ, ਤੁਹਾਡਾ ਕੰਮ ਨਹੀਂ ਹੋਵੇਗਾ। ਉਹ ਕਹੇਗਾ ਉਹ ਕਰੂਗਾ, ਉਹ ਕਹੇਗਾ ਉਹ ਕਰੇਗਾ। ਕਿਸੇ ਇੱਕ ਨੂੰ ਹੀ ਫੜਨਾ ਬਸ। ਚਾਹੇ ਪੀਣ ਨੂੰ ਤੁਸੀਂ ਜਾਣਦੇ ਹੋ, ਉਹਨੂੰ ਕਦੇ ਭਰਾ ਮੈਂ ਨਹੀਂ ਇੱਥੇ ਕਿਸੇ ਨੂੰ ਜਾਣਦਾ। ਪੈਰੀਂ ਹੱਥ ਲਵਾ ਲੈ, ਗੋਡੀ ਹੱਥ ਲਵਾ ਲੈ, ਪੈਸੇ ਲੈਣੇ ਪੈਸੇ ਲੈ ਲਓ, ਬਸ ਮੇਰਾ ਕੰਮ ਕਰਾ ਦੇ। ਅਤੇ ਅਫਸਰ ਪੀਐਨ ਦਾ ਵੀ ਕੰਮ ਕਰ ਦਿੰਦੇ। ਉਹ ਕੋਈ ਮੇਰਾ ਚਾਚਾ ਲੱਗਦਾ ਜੀ, ਮੇਰਾ ਤਾਇਆ ਲੱਗਦਾ, ਮੇਰਾ ਫਲਾਣਾ ਜੀ, ਕਰੋ ਜੀ ਕਰੋ। ਉਹ ਭਾਈ ਇਹ ਨਹੀਂ ਹੁੰਦਾ, ਨਹੀਂ ਮਹਾਰਾਜ ਜੀ ਕਰੋ ਕਰੋ, ਆਪਣਾ ਬੰਦਾ ਕਰੋ 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 ਕਰੋ, ਕਹਿ ਖਾ ਕੇ ਬੰਦੇ ਕਰਾ ਲੈਂਦੇ ਨੇ। ਇੱਕ ਨੂੰ ਹੀ ਫੜਨਾ ਪੈਣਾ। ਸੋ ਜਦੋਂ ਉਹਨੂੰ ਭਗਵਾਨ ਤੋਂ ਬਿਨਾਂ ਹੋਰ ਕਿਸੇ ਦਾ ਆਸਰਾ ਸੀ, ਭਗਵਾਨ ਨਹੀਂ ਆਇਆ। ਜਦੋਂ ਉਹਨੇ ਦੇਖਿਆ
ਭੱਜੋ ਸਭੇ ਆਸਰਾ ਚੂਕੈ ਸਭ ਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ ਲਗੇ ਨਾ ਤਤੀਵਾ। ਜਦੋਂ ਸਾਰੇ ਆਸਰੇ ਖਤਮ ਹੋ ਗਏ ਤੇ ਰੱਬ ਨੂੰ ਯਾਦ ਕੀਤਾ, ਫਿਰ ਰੱਬ ਨੇ ਸਹਾਇਤਾ ਕਰ। ਇਸ ਲਈ ਕਹਿੰਦੇ ਵਾਹ ਵਾਹ ਸਾਚੇ ਮੈਂ ਤੇਰੀ ਟੇਕ, ਹੇ ਪ੍ਰਮਾਤਮਾ ਮੈਨੂੰ ਤੇ ਤੇਰਾ ਹੀ ਓਟ ਆਸਰਾ ਹੈ। ਹੂੰ ਪਾਪੀ ਤੂੰ ਨਿਰਮਲ ਏਕ, ਮੈਂ ਤੇ ਪਾਪੀ ਹਾਂ ਤੂੰ ਤੇ ਨਿਰਮਲ ਹੈ। ਕਿਉਂਕਿ ਗੁਰਬਾਣੀ ਨਿਰਮਲ ਤੇ ਸਭ ਨਿਰਮਲ ਹੋਵੇ। ਪਰਮਾਤਮਾ ਆਪ ਨਿਰਮਲ ਹੈ, ਇਸ ਲਈ ਦੂਜਿਆਂ ਨੂੰ ਵੀ ਨਿਰਮਲ ਕਰ ਦਿੰਦਾ ਹੈ। ਉਹਦਾ ਜਿਹੜਾ ਨਾਮ ਹੈ, ਕਿਉਂਕਿ ਪਰਮਾਤਮਾ ਨਿਰਮਲ ਹੈ ਇਸ ਲਈ ਉਹਦਾ ਨਾਮ ਵੀ ਨਿਰਮਲ ਹੈ। ਉਹਦਾ ਨਾਮ ਵੀ ਨਿਰਮਲ ਹੈ। ਵਾਹਿਗੁਰੂ ਆਪ ਵੀ ਨਿਰਮਲ ਹੈ, ਅਤੇ ਵਾਹਿਗੁਰੂ ਜਿਹੜਾ ਗੁਰਮੰਤਰ ਹੈ ਇਹ ਵੀ ਨਿਰਮਲ ਹੈ। ਇਸ ਲਈ ਵਾਹਿਗੁਰੂ 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 ਕਰਦਾ ਬੰਦਾ ਅੰਦਰੋਂ ਇੱਕ ਦਿਨ ਸਾਰੀ ਮੈਲ ਲਾ ਕੇ ਨਿਰਮਲ ਹੋ ਜਾਂਦਾ। ਜਿਹੜਾ ਆਪ ਹੀ ਗੰਦਾ ਹੈ ਉਹ ਦੂਜੇ ਨੂੰ ਸਾਫ਼ ਨਹੀਂ ਕਰ ਸਕਦਾ। ਸਾਬਣ ਹੈ, ਜੇ ਸਾਬਣ ਆਪ ਹੀ ਮੈਲਾ ਹੋ ਜੇ ਉਹ ਕੱਪੜੇ ਦੇ ਕਿਵੇਂ ਮੈਲ ਕੱਢੇਗਾ? ਸਾਬਣ ਆਪ ਮੈਲਾ ਨਹੀਂ ਹੁੰਦਾ, ਉਹ ਕੱਪੜੇ ਦੀ ਮੈਲ ਕੱਢਦਾ। ਇਸ ਤਰ੍ਹਾਂ ਜਿਹੜਾ ਪਰਮਾਤਮਾ ਦਾ ਨਾਮ ਹੈ ਇਹ ਆਪ ਮੈਲਾ ਨਹੀਂ ਹੁੰਦਾ, ਇਹ ਮੈਲੇ ਨੂੰ ਸਾਫ਼ ਕਰਦਾ ਹੈ। ਸੋ ਅਸੀਂ ਕਿੰਨੇ ਵੀ ਮਨ ਦੇ ਮੈਲੇ ਕਿਉਂ ਨਾ ਹੋਈਏ, ਜੇ ਅਸੀਂ ਸੱਚੇ ਦਿਲੋਂ ਨਾਮ ਜਪਣ ਲੱਗ ਜਾਈਏ, ਸਭ ਅੰਦਰਲਾ ਕੂੜ ਕਬੜ ਇੱਕ ਦਿਨ ਖਤਮ ਹੋ ਜਾਏਗਾ। ਅਸੀਂ ਅੰਦਰੋਂ ਸ਼ੁੱਧ ਅਤੇ ਪਵਿੱਤਰ ਹੋ ਜਾਵਾਂਗੇ। ਜਿਉਂ ਹੀ ਸ਼ੁੱਧ ਅਤੇ ਪਵਿੱਤਰ ਹੋਵਾਂਗੇ ਅਤੇ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਮਨ ਗੰਗਾ ਪਿਆ, ਮਨ ਨਿਰਮਲ ਪਿਆ, ਜੈਸਾ ਗੰਗਾ ਨੀਰ ਪਾਛੈ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਜਦੋਂ ਮਨ ਗੰਗਾ ਦੇ ਪਾਣੀ ਤਰ੍ਹਾਂ ਸਾਫ ਸੁਥਰਾ ਹੋ ਜਾਏਗਾ, ਰੱਬ ਆਵਾਜ਼ਾਂ ਮਾਰੇਗਾ, ਕਬੀਰ ਕਬੀਰ ਠਹਿਰ ਜਾ ਮੈਂ ਆ ਰਿਹਾ। ਪੜ੍ਹ ਕੇ ਕਿੰਨਾ ਆਨੰਦ ਆਉਂਦਾ। ਹੁਣ ਜੇ ਆਪਾਂ ਕਹਿੰਦੇ ਵਾਹਿਗੁਰੂ 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 ਠਹਿਰ ਜਾ ਵਾਹਿਗੁਰੂ ਮੈਂ ਆ ਰਿਹਾ, ਉਹ ਰੁਕਦਾ ਹੀ ਨਹੀਂ, ਆਉਂਦਾ ਹੀ ਨਹੀਂ। ਉਹ ਕਹਿੰਦੇ ਫਿਰ ਵਾਹਿਗੁਰੂ ਆਵਾਜ਼ਾਂ ਮਾਰੇਗਾ, ਕਬੀਰ ਠਹਿਰ ਜਾ ਮੈਂ ਆ ਰਿਹਾ। ਉਲਟਾ ਸੁਲਟ ਹੋ ਜਾਏਗਾ। ਨਾਮ ਦੇ ਵਿੱਚ ਕਿਆ ਬਾਤਾਂ ਨੇ। ਕਈ ਵਾਰ ਪੜ੍ਹਦੇ ਬੜਾ ਮਨ ਹੁੰਦਾ, ਕਿਆ ਵੀ ਕਿੰਨੀ ਨਾਮ ਦੇ ਵਿੱਚ ਸ਼ਕਤੀ ਹੈ। ਅਤੇ ਪਰਮਾਤਮਾ ਦੀ ਇੱਕੋ ਸ਼ਰਤ ਹੈ ਕਿ ਮੈਂ ਤੁਹਾਡੇ ਅੰਦਰ ਹਾਂ। ਤੁਹਾਡੇ ਮਨ ਨੂੰ ਲੱਗੀ ਹੋਈ ਹੈ ਮੈਲ, ਉਸ ਮੈਲ ਨੇ ਮੈਨੂੰ ਢਕਿਆ ਹੋਇਆ ਹੈ, ਇਸ ਲਈ ਮੈਂ ਤੁਹਾਨੂੰ ਦਿਸ ਨਹੀਂ ਰਿਹਾ। ਤੁਸੀਂ ਮੇਰਾ ਨਾਮ ਜਪੋ। ਜਦੋਂ ਤੁਸੀਂ ਮਨ ਦੀ ਸਾਰੀ ਮੈਲ ਲਾ ਲਓਗੇ, ਤੁਹਾਡਾ ਮਨ ਸਾਫ਼ ਹੋ ਜਾਏਗਾ, ਉਦੋਂ ਮੈਂ ਪ੍ਰਗਟ ਹੋ ਜਾਵਾਂਗਾ। ਬਸ ਇੱਕ ਜਨਮ 'ਚ ਅਸੀਂ ਲਾਉਣੇ ਹਾਂ, 10 ਜਨਮ 'ਚ ਲਾਉਣੇ, ਇਹ ਸਾਡੀ ਹਿੰਮਤ ਅਤੇ ਗੁਰੂ ਦੀ ਕਿਰਪਾ ਹੈ। ਸਾਨੂੰ ਵੀ ਹਿੰਮਤ ਕਰਨੀ ਪੈਣੀ। ਉਦਮ ਅੱਗੇ ਲక్ష్ਮੀ, ਪੱਖੇ ਅੱਗੇ ਪਾਉਣ। ਗੋਡ ਹੈਲਪਸ ਦੋਜ਼ ਹੂ ਹੈਲਪ ਦੈਮਸੈਲਵਸ। ਰੱਬ ਵੀ ਉਹਨਾਂ ਦੀ ਮਦਦ ਕਰਦੇ ਜਿਹੜੇ ਆਪਣੀ ਮਦਦ ਆਪ ਕਰਦੇ, ਭਾਵ ਜੋ ਯਤਨਸ਼ੀਲ ਨੇ। ਜਿਹੜੇ ਹੱਥ 'ਤੇ ਹੱਥ ਧਰ ਕੇ ਬੈਠੇ, ਰੱਬ ਉਹਨਾਂ ਦੀ ਮਦਦ ਨਹੀਂ ਕਰਦਾ। ਰੱਬ ਵੀ ਉਹਨਾਂ ਦੀ ਮਦਦ ਕਰਦਾ ਜਿਹੜੇ ਯਤਨਸ਼ੀਲ ਨੇ। ਤਾਂ ਹੀ ਸਿੱਖਾਂ ਨੂੰ ਕਹੇ, ਉਦਮ ਕਰਿੰਦਿਆਂ ਜੀਓ ਤੂੰ, ਕਮਾਵਦਿਆਂ ਸੁਖ ਪੁੰਜ, ਧਿਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਨਾਲੇ ਕਹਿੰਦੇ ਤੈਨੂੰ ਰੱਬ ਮਿਲੇਗਾ, ਨਾਲੇ ਤੇਰੀ ਚਿੰਤਾ ਲੈ ਜਾਏਗੀ। ਉਦਮ ਕਰਨਾ ਪੈਣਾ, ਮਿਹਨਤ ਕਰਨੀ ਪੈਣੀ। ਮਿਹਨਤ, ਹਾਰਡ ਵਰਕ ਇਜ਼ ਕੀ ਟੂ ਸਕਸੈਸ। ਕਾਮਯਾਬੀ ਦੀ ਕੁੰਜੀ ਸਖਤ ਮਿਹਨਤ ਹੈ। ਸਖਤ ਮਿਹਨਤ ਤੋਂ ਬਿਨਾਂ ਕੁਛ ਨਹੀਂ ਮਿਲੇਗਾ। ਥੁੱਕੀ ਵੜੇ ਨਹੀਂ ਪੱਕਦੇ। ਇਹ ਕਹਿੰਦੇ ਰੋਮ ਵਾਜ਼ ਨਾਟ ਬਿਲਟ ਇਨ ਏ ਡੇ। ਰੋਮ ਸ਼ਹਿਰ ਇੱਕ ਦਿਨ 'ਚ ਨਹੀਂ ਸੀ ਬਣ ਗਿਆ, ਕਈ ਸਾਲ ਲੱਗੇ। ਇਸ ਲਈ ਕਿਸੇ ਚੀਜ਼ ਦੀ ਪ੍ਰਾਪਤੀ ਲਈ ਕਈ ਸਾਲ ਲੱਗਦੇ ਨੇ। ਬੜੀ ਮਿਹਨਤ ਦੀ ਲੋੜ ਹੈ। ਇਹ ਠੂੰ ਠੱਪ ਕਰਨ ਨਾਲ ਗੱਲ ਨਹੀਂ ਬਣਦੀ ਹੈ। ਜੋ ਵੀ ਕੰਮ ਕਰੋ ਦਿਲ ਲਾ ਕੇ ਕਰੋ, ਦਿਨ ਰਾਤ ਕਰੋ, ਘੰਟਿਆਂ ਬੱਧੀ ਕਰੋ, ਤਾਂ ਜਾ ਕੇ ਹੁੰਦਾ। ਕਿਸੇ ਜਦੋਂ ਅਸੀਂ ਗਿਆਨੀ ਕਰਦੇ ਤਾਂ ਸਾਨੂੰ ਕਿਸੇ ਲੱਗੇ, ਹੀਰ ਵਾਰਸ ਸ਼ਾਹ ਫਲਾਣਾ ਜੀ ਕਿੱਸਾ, ਫਲਾਣੇ ਦਾ ਕਿੱਸਾ ਲੱਗੇ ਹੁੰਦਾ, ਸੱਸੀ ਪੁਰੂ ਦਾ ਲੱਗਾ ਹੁੰਦਾ।
ਸ਼ੀਰੀ ਫਰਿਆਦ ਦਾ ਲੱਗਾ ਹੁੰਦਾ ਸੀ। ਸ਼ੀਨੀ ਰਾਜੇ ਦੀ ਲੜਕੀ ਹੈ, ਰਾਜਕੁਮਾਰੀ ਹੈ। ਫਰਿਆਦ ਲੋਹਾਰਾਂ ਦਾ ਮੁੰਡਾ ਹੈ। ਪਰ ਪਿਆਰ ਹੋ ਗਿਆ ਆਪਸ 'ਚ, ਪਿਆਰ। ਰਾਜਾ ਕਹਿੰਦਾ ਬਈ ਮੈਂ ਆਪਣੀ ਲੜਕੀ ਇੱਕ ਲੋਹਾਰਾਂ ਦੇ ਮੁੰਡੇ ਨਾਲ ਕਿਵੇਂ ਵਿਆਹ ਦਾਂ? ਲੜਕੀ ਜ਼ਿੱਦ ਕਰਦੀ, ਮੈਂ ਤਾਂ ਇਸੇ ਨਾਲ ਹੀ ਵਿਆਹ ਕਰਾਉਣਾ। ਰਾਜੇ ਨੇ ਸੋਚਿਆ ਆਪਾਂ ਕੌਮੀ ਮੁੰਡੇ ਨੂੰ ਐਸੀ ਸ਼ਰਤ ਲਾ ਦੇਣਾ ਇਹ ਪੂਰਾ ਹੋਵੇ ਨਾ ਕਰੀਏ। ਰਾਜੇ ਨੇ ਸੱਦਿਆ ਫਰਿਆਦ ਨੂੰ, ਤੂੰ ਕਹਿੰਦਾ ਮੇਰੀ ਕੁੜੀ ਨੂੰ ਪਿਆਰ ਕਰਦਾ? ਕਹਿੰਦਾ ਹਾਂਜੀ। ਤੂੰ ਇਹਦੇ ਨਾਲ ਵਿਆਹ ਕਰਾਉਣਾ? ਕਹਿੰਦਾ ਹਾਂਜੀ। ਕੁੜੀਏ ਤੂੰ ਵਿਆਹ ਕਰਾਉਣਾ? ਕਹਿੰਦਾ ਹਾਂਜੀ। ਕਹਿੰਦਾ ਦੇਖ ਭਾਈ ਆਹ ਸਾਹਮਣੇ ਪਹਾੜੀ ਦਿਸਦੀ ਹੈ? ਕਹਿੰਦਾ ਹਾਂਜੀ। ਜਦੋਂ ਮੀਂਹ ਪੈਂਦਾ ਸਾਰਾ ਪਾਣੀ ਇਹ ਪਹਾੜ ਹੀ ਰੋਕ ਲੈਂਦੀ ਹੈ, ਅਤੇ ਮੇਰੇ ਤਾਂ ਨਦੀ ਕੋਈ ਨਹੀਂ ਪਾਣੀ ਦੀ, ਖੇਤੀ ਸੁੱਕ ਜਾਂਦੀ ਹੈ। ਤੂੰ ਇਸ ਤਰ੍ਹਾਂ ਕਰ, ਇਸ ਪਹਾੜੀ ਦੇ ਆਰ ਪਾਰ ਮੋਰੀ ਕਰ ਦੇ ਤਾਂ ਜੋ ਪਾਣੀ ਮੇਰੇ ਦੇਸ਼ 'ਚ ਆ ਜਾਏ। ਮੈਂ ਤੇਰੇ ਨਾਲ ਵਾਅਦਾ ਕਰਦਾ, ਮੈਂ ਆਪਣੀ ਲੜਕੀ ਤੇਰੇ ਨਾਲ ਸ਼ਾਦੀ ਕਰਦਾ। ਲਓ ਜੀ, ਉਹ ਕਿਤਾਬ 'ਚ ਲਿਖਿਆ ਸੀ ਵੀ ਉਹਨੇ ਆਪਣੀ ਛੇਣੀ ਲਈ ਅਤੇ ਹਥੌੜੀ ਲਈ। 18 ਸਾਲ ਦਿਨ ਰਾਤ ਲੱਗਾ ਰਿਹਾ। 18 ਸਾਲਾਂ ਬਾਅਦ ਉਸਨੇ ਪਹਾੜ ਦੇ ਆਰ ਪਾਰ ਮੋਰੀ ਕਰਤੀ। ਰਾਜਾ ਅਤੇ ਰਾਜਕੁਮਾਰੀ ਮਹਿਲ ਦੇ ਉੱਪਰ ਖੜ੍ਹੇ ਨੇ। ਪਾਣੀ ਨੇ ਜਦੋਂ ਆ ਕੇ ਮਹਿਲ ਨੂੰ ਟੱਚ ਕੀਤਾ ਨਾ, ਰਾਜਕੁਮਾਰ ਉਸ ਪਾਣੀ ਦੇ ਫਰਿਆਦ ਉਸ ਪਾਣੀ ਦੇ ਦੂਜੇ ਪਾਸੇ ਖੜ੍ਹਾ। ਉਹ ਰਾਜੇ ਨੂੰ ਕਹਿੰਦਾ ਮੈਂ ਤੁਹਾਡੀ ਸ਼ਰਤ ਪੂਰੀ ਕਰ ਦਿੱਤੀ ਹੈ, ਹੁਣ ਆਪਣੀ ਲੜਕੀ ਦੀ ਸ਼ਾਦੀ ਮੇਰੇ ਨਾਲ ਕਰੋ। ਅਤੇ ਰਾਜਾ ਮੁੱਕਰ ਗਿਆ। ਰਾਜਾ ਫਿਰ ਹੀ ਮੁੱਕਰ ਗਿਆ, ਕਹਿੰਦਾ ਮੈਂ ਨਹੀਂ ਕਰਦਾ। ਰਾਜਕੁਮਾਰੀ ਪਾਣੀ ਛਾਲ ਮਾਰਤੀ, ਉਦੋਂ ਫਰਿਆਦ ਨੇ ਛਾਲ ਮਾਰਤੀ, ਦੋਨੋਂ ਹੀ ਰੁੜ ਗਏ। ਕਹਿਣ ਦਾ ਭਾਵ ਹੈ ਦੇਖੋ ਕਿੰਨਾ ਦ੍ਰਿੜ ਅਰਦਾ ਹੈ ਬਈ 18 ਸਾਲ ਲੱਗਾ ਰਿਹਾ। 18 ਸਾਲ ਇੱਕ ਜਨਾਨੀ ਨੂੰ ਪ੍ਰਾਪਤ ਕਰਨ ਲਈ ਬੰਦਾ 18 ਸਾਲ ਇੰਨੇ ਘੰਟੇ ਦਿਨ ਰਾਤ ਲੱਗੇ। ਕਿਤੇ ਰੱਬ ਨੂੰ ਪ੍ਰਾਪਤ ਕਰ ਲਈ ਇੰਨਾ ਸਮਾਂ ਲਾ ਦੇ, ਰੱਬ ਹੀ ਮਿਲ ਜਾਏਗਾ। ਇਹੋ ਜਿਹੀ ਜਨਾਨੀ ਦੇ ਮਗਰ ਮਗਰ ਫਿਰੀ ਜਾਣੀ, ਜਿੰਨੀ ਮਰਜ਼ੀ ਇਕੱਠੀ ਕਰ ਲਿਓ, ਜਿੰਨੀ ਮਰਜ਼ੀ ਇਕੱਠੀ ਕਰ ਲਿਓ। ਮੈਂ ਫਿਰ ਸੋਚਦਾ ਸੀ ਵੀ ਭਲਿਆ ਮਾਨਸਾ ਤੂੰ ਇੰਨੀ ਮਿਹਨਤ 18 ਸਾਲ ਜੇ ਕਿਤੇ ਰੱਬ ਨੂੰ ਪ੍ਰਾਪਤ ਕਰਨ ਲਈ ਕਰਦਾ ਤਾਂ ਰੱਬ ਹੀ ਮਿਲ ਜਾਣਾ ਸੀ। ਇਹਨਾਂ ਦੇ ਤੇਰੇ ਤਰਲੇ ਕੱਢਦੇ ਫਿਰਨਾ ਸੀ ਸਾਡੀ ਲੜਕੀ ਸ਼ਾਦੀ ਆਪਣੇ ਨਾਲ ਕਰਾ ਲਾ। ਤੂੰ ਇੱਕ ਜਨਾਨੀ ਦੇ ਪਿੱਛੇ ਆਪਣੀ ਅੱਧੀ ਉਮਰ ਬਰਬਾਦ ਕਰ ਲਈ ਤੇ ਮੇਰਾ ਤੈਨੂੰ ਫਿਰ ਵੀ ਕੱਖ ਨਾ ਹੋ। ਸੋ ਸਾਨੂੰ ਸਾਰਥਕ ਮਿਹਨਤ ਕਰਨੀ ਚਾਹੀਦੀ। ਠੀਕ ਹੈ, ਲਵ ਦੇ ਪੁਆਇੰਟ ਤੋਂ ਤਾਂ ਇਹ ਵਧੀਆ ਗੱਲ ਹੈ ਵੀ ਇੰਨਾ ਪਿਆਰ ਸੀ ਵੀ ਹੈ, ਪਿਆਰੇ ਦੀ ਖਾਤਰ ਉਹਨੇ ਇੰਨਾ ਕੁਛ ਕੀਤਾ, ਪਰ ਉਹਦੀ ਮਿਹਨਤ ਨੂੰ ਫਲ ਨਾ ਲੱਗਾ। ਜੇ ਕਿਤੇ ਰੱਬ ਵਾਲੇ ਪਾਸੇ ਉਹਨੇ ਮਿਹਨਤ ਕੀਤੀ ਹੁੰਦੀ ਨਾ, ਤੇ ਚਾਹੇ ਗੁਰਬਾਣੀ ਦੀ ਕਹਿੰਦੀ ਹੈ ਜਿਹਨੇ ਇੱਕ ਵਾਰ ਵਾਹਿਗੁਰੂ ਕਿਹਾ ਨਾ ਉਹਦਾ ਵੀ ਫਲ ਮਿਲਦਾ। ਉਹ ਤਾਂ 18 ਸਾਲ ਲੱਗਾ ਰਿਹਾ ਅਤੇ ਉਹਨੂੰ ਫਲ ਕੁਛ ਕੱਖ ਨਹੀਂ ਮਿਲਿਆ। ਅਤੇ ਕਿਤੇ 18 ਸਾਲ ਭਜਨ ਬੰਦਗੀ ਕਰ ਦਿੰਦਾ, ਰੱਬ ਨਾ ਵੀ ਮਿਲਦਾ ਪਤਾ ਨਹੀਂ ਹੋਰ ਕੀ ਕੁਛ ਮਿਲ ਜਾਣਾ ਸੀ, ਕਿਵੇਂ ਮਿਲ ਜਾਣਾ। ਮਿਹਨਤ ਤਾਂ ਕੀਤੀ ਪਰ ਨਿਰਾਰਥ ਕੀਤੀ। ਇੱਧਰਲੇ ਪਾਸੇ ਮਿਹਨਤ ਕਰਦਾ ਸਾਰਥਕ ਹੁੰਦੇ ਹਾਂ। ਲੋਕਾਂ ਨੇ ਜੇ ਉਹਨੂੰ ਯਾਦ ਕਰਨਾ ਸੀ ਸਦੀਆਂ ਤੱਕ ਭਗਤਾਂ ਨੂੰ। ਇਸ ਲਈ ਗੁਰੂ ਮਹਾਰਾਜ ਕਹਿੰਦੇ ਹੋਂ ਪਾਪੀ ਤੂੰ ਨਿਰਮਲ ਏਕ। हे परमात्मा मैं तो पापी हैं, तू तो निर्मल है, तू तो पवित्र करने वाला है। मैनू हे परमात्मा तेरी ही टेक है, तेरा ही ओट आसरा है। रहाओ अगन पानी बोलै पड़वाओ, जिह्वा इंद्री एक सुआओ। दिष्ट दिष्ट विकारी नाहीं भाओ भाओ, आप मारे तां पाए नाम। ਅਗਨ ਪਾਣੀ ਬੋਲੇ ਪੜਵਾਓ। ਜਦੋਂ ਅੱਗ ਅਤੇ ਪਾਣੀ ਇਕੱਠੇ ਹੁੰਦੇ ਨੇ, ਤੁਸੀਂ ਕਦੇ ਵੀ ਅੱਗ ਮੱਚ ਰਹੀ ਹੈ ਉਹਦੇ ਉੱਤੇ ਪਾਣੀ ਛਿੜਕਿਓ, ਉਹਦੇ ਵਿੱਚ ਇੱਕ ਆਵਾਜ਼ ਆਵੇਗੀ, ਉਹਦੇ ਵਿੱਚੋਂ ਆਵਾਜ਼ ਆਵੇਗੀ, ਉਹਨੂੰ ਕਦੇ ਪੜਵਾਓ।
ਅੱਗ ਅਤੇ ਪਾਣੀ ਜਦੋਂ ਰਲਦੇ ਨੇ ਉਹਨਾਂ ਦੇ ਵਿੱਚ ਇੱਕ ਆਵਾਜ਼ ਨਿਕਲਦੀ ਹੈ। ਸਾਡੇ ਅੰਦਰ ਵੀ ਅੱਗ ਹੈ, ਪਾਣੀ ਹੈ। ਸਾਡੇ ਅੰਦਰ 5 ਤੱਤ ਨੇ। ਸਾਡੇ ਅੰਦਰ ਅੱਗ ਵੀ ਹੈ, ਪਾਣੀ ਵੀ ਹੈ। ਦੋਨੋਂ ਜਦੋਂ ਰਲਦੇ ਨੇ ਸਵਾਸ ਬਣਦੇ ਨੇ। ਜੇ ਅੱਗ ਅਤੇ ਪਾਣੀ ਅੰਦਰ ਨਾ ਹੁੰਦੇ ਸੀ ਸਾਡੇ ਸਵਾਸ ਬਣਨੇ ਹੀ ਨਹੀਂ ਸੀ। ਸਾਡੇ ਸਵਾਸ ਨਹੀਂ ਸੀ ਬਣਨੇ। ਜਿਵੇਂ ਮੰਨ ਲਓ ਹਵਾ ਨਾ ਹੋਵੇ ਸਾਡੀ ਆਵਾਜ਼ ਦੂਜੀ ਥਾਂ 'ਤੇ ਜਾ ਹੀ ਨਹੀਂ ਸਕਦੀ। ਜਿੰਨਾ ਮਰਜ਼ੀ ਟਿੱਲ ਲਾ ਕੇ ਬੋਲੀ ਜਾਵਾਂ, ਸਪੀਕਰ ਲਾ ਕੇ ਬੋਲੀ ਜਾਵਾਂ, ਔਰ ਜੇ ਹਵਾ ਨਹੀਂ ਨਾ ਹੈਗੀ ਤੁਹਾਡੇ ਤੱਕ ਵੀ ਮੇਰੀ ਆਵਾਜ਼ ਨਹੀਂ ਸੀ ਪਹੁੰਚਣੀ। ਇਹ ਤਾਂ ਹਵਾ ਲੈ ਕੇ ਜਾਂਦੀ ਹੈ। ਹਵਾ ਚੱਲ ਰਹੀ ਜਾਂ ਨਹੀਂ ਚੱਲ ਰਹੀ ਉਹ ਗੱਲ ਵੱਖਰੀ ਹੈ, ਉਸ ਨਾਲ ਨਹੀਂ ਸਮਝਣਾ। ਹਵਾ ਤਾਂ ਹੈ ਨਾ, ਹਵਾ ਹੈ। ਹਵਾ ਅੱਗ ਅਤੇ ਪਾਣੀ ਜਦੋਂ ਕਿਤੇ ਰਲਦੇ ਨੇ ਫਿਰ ਸਾਡੇ ਅੰਦਰ ਹਵਾ ਬਣਦੀ, ਜਿਹਨੂੰ ਕਹਿੰਦੇ ਪੌਣ, ਪਵਨ, ਸੁਆਸ। ਉਹ ਫਿਰ ਬੋਲਦੇ। ਮੇਰੇ ਅੰਦਰ ਅੱਗ ਅਤੇ ਪਾਣੀ ਰਲੇ ਹੋਏ ਨੇ, ਇਸ ਲਈ ਮੈਂ ਬੋਲ ਰਿਹਾ, ਇਸ ਲਈ ਬੋਲ ਰਿਹਾ। ਤੁਸੀਂ ਇਸੇ ਲਈ ਸੁਣ ਰਹੇ ਹੋ। ਇਹ ਜਿਹੜੇ ਤੱਤਾਂ ਦੇ ਅਸੀਂ ਬਣੇ ਹਾਂ ਉਹਨਾਂ ਕਾਰਨ ਇਹ ਸਾਰਾ ਚੱਲ ਰਿਹਾ। ਜਿਹਵਾ ਇੰਦਰੀ ਏਕ ਸੋ, ਜਿਹੜੀਆਂ ਸਾਡੀਆਂ ਇੰਦਰੀਆਂ ਨੇ ਭਾਵੇਂ ਜੀਭ ਹੈ ਉਹਨਾਂ ਦੇ ਇੱਕ ਇੱਕ ਸਵਾਦ ਹੈ। ਜਿਵੇਂ ਅੱਖਾਂ ਨੇ ਇਹ ਸਿਰਫ ਦੇਖਦੀਆਂ ਨੇ, ਸੁਣਦੀਆਂ ਨਹੀਂ, ਇੱਕੋ ਕੰਮ ਹੀ ਕਰਦੇ ਨੇ। ਕੰਨ ਨੇ ਉਹ ਸੁਣਦੇ ਨੇ, ਵੇਖ ਨਹੀਂ ਸਕਦੇ, ਉਹ ਵੇਖ ਨਹੀਂ ਸਕਦੇ। ਜਿਹੜਾ ਕੰਮ ਅਸੀਂ ਹੱਥਾਂ ਨਾਲ ਕਰਦੇ ਉਹ ਪੈਰ ਨਹੀਂ ਕਰ ਸਕਦੇ, ਜਿਹੜਾ ਪੈਰਾਂ ਨਾਲ ਕੰਮ ਕਰਦੇ ਉਹ ਹੱਥ ਨਹੀਂ ਕਰ ਸਕਦੇ। ਸਾਡੀਆਂ ਇੰਦਰੀਆਂ ਇੱਕ ਇੱਕ ਕੰਮ ਕਰਦੀਆਂ ਨੇ। ਇਸ ਤਰ੍ਹਾਂ ਜਿਹੜੀ ਇਹ ਜੀਭ ਹੈ ਇਹ ਤਾਂ ਸਵਾਦ ਵੇਖਦੀ, ਸਵਾਦ ਹੈ, ਸਵਾਦੀ ਹੈ, ਖੱਟਾ ਹੈ, ਕੌੜਾ ਹੈ, ਸਹਿਲ ਹੈ, ਕਿਹੋ ਜਿਹਾ। ਉਹ ਵੀ ਜੀਭ ਦੇ ਅਗਲਾ ਜਿਹੜਾ ਹਿੱਸਾ ਇੰਨਾ, ਸਿਰਫ ਅਗਲਾ 1 ਇੰਚ ਹਿੱਸਾ ਜਿਹੜਾ ਜੀਭ ਦਾ ਹੈ ਇਹੀ ਸਵਾਦ ਚੱਖਦਾ। ਤਾਂ ਹੀ ਕਹਿੰਦੇ ਸੰਗੋ ਲੱਥਾ ਕਿਆ ਲੱਡੂ ਕਿਆ ਮਿੱਠਾ। ਥੋੜ੍ਹੇ ਅੱਗੇ ਕਰਕੇ ਤੁਸੀਂ ਪਾਓ, 2-3 ਇੰਚ ਛੱਡ ਕੇ ਤੁਸੀਂ ਅੱਗੇ ਚੀਜ਼ ਪਾਓ, ਕੜਾਹ ਪਾਓ, ਕੁਛ ਪਾਓ, ਮਿੱਠੀ ਪਾਓ, ਤੁਹਾਨੂੰ ਕੋਈ ਸਵਾਦ ਨਹੀਂ ਆਵੇਗਾ। ਤੁਹਾਨੂੰ ਕੋਈ ਸਵਾਦ ਨਹੀਂ ਆਵੇਗਾ। ਕਿਉਂ? ਸਵਾਦ ਤੇ ਅੱਗੇ ਅੱਗੇ 1.5 ਇੰਚ 'ਚ ਸੀ, ਤੁਸੀਂ ਇੰਨਾ ਹਿੱਸਾ ਛੱਡ ਕੇ ਅੱਗੇ ਲਗਾਤਾ, ਕੋਈ ਸਵਾਦ ਨਹੀਂ ਹੈ। ਤਾਂ ਕਿ ਸੰਗੋ ਲੱਥਾ ਕਿਆ ਲੱਡੂ ਕਿਆ ਮਿੱਠਾ। ਕਿਆ ਲੱਡੂ ਅਤੇ ਕਿਆ ਮੱਠੀ, ਉਹ ਕੋਈ ਪਤਾ ਲੱਗਦਾ ਨਮਕੀਨ ਹੈ ਕਿ ਮਿੱਠਾ ਹੈ। ਸੋ ਜੀਭ ਜਿਹੜੀ ਹੈ ਇਹ ਤਾਂ ਸਵਾਦ ਚੱਕਦੀ ਬਸ। ਇਸ ਤਰ੍ਹਾਂ ਸਾਰੀਆਂ ਇੰਦਰੀਆਂ ਇੱਕ ਹੀ ਕੰਮ ਕਰਦੀ। ਦ੍ਰਿਸ਼ਟ ਵਿਕਾਰੀ ਦਿਸ਼ਟ ਵਿਕਾਰੀ ਨਾਹੀਂ ਭਉ ਭਾਉ। ਪਰ ਜਿਹਦੇ ਅੰਦਰ ਵਿਕਾਰ ਨੇ, ਜਿਹਦੀ ਦ੍ਰਿਸ਼ਟੀ ਵਿਕਾਰਾਂ ਵਾਲੀ, ਬੁਰਾਈਆਂ ਵਾਲੀ ਹੈ, ਨਾ ਉਹ ਰੱਬ ਤੋਂ ਭਾਉ ਡਰਦਾ ਹੈ ਅਤੇ ਨਾ ਭਾਉ ਰੱਬ ਨੂੰ ਪਿਆਰ ਕਰਦਾ। ਉਹਦੇ ਅੰਦਰ ਨਾ ਰੱਬ ਦਾ ਡਰ ਅਤੇ ਨਾ ਰੱਬ ਦਾ ਪਿਆਰ। ਜਿਹੜਾ ਬੁਰਾਈਆਂ ਕਰਦਾ ਕੋਈ ਨਹੀਂ ਰੱਬ ਰੂਪ ਤੋਂ ਡਰਦਾ। ਬੁਰਾ ਬੰਦਾ ਕਦੇ ਰੱਬ ਤੋਂ ਨਹੀਂ ਡਰਦਾ। ਇਸ ਕਰਕੇ ਉਹਦੇ ਅੰਦਰ ਨਾ ਰੱਬ ਪ੍ਰਤੀ ਪਿਆਰ ਹੁੰਦਾ, ਨਾ ਰੱਬ ਦਾ ਅੰਦਰ ਉਹਦੇ ਡਰ ਹੁੰਦਾ। ਆਪ ਮਾਰੇ ਤਾਂ ਪਾਏ ਨਾ ਆਪ ਮਾਰੇ। ਜਦੋਂ ਮਨੁੱਖ ਆਪਣੇ ਅੰਦਰ ਹਉਮੈ ਮਾਰ ਲੈਂਦਾ, ਆਪ ਭਾਵ ਹਉਮੈ, ਜਦੋਂ ਮਨੁੱਖ ਆਪਣੇ ਅੰਦਰੋਂ ਵਿਕਾਰ ਮਾਰ ਲੈਂਦਾ, ਵਿਕਾਰ ਬੁਰਾਈਆਂ ਖਤਮ ਕਰ ਲੈਂਦਾ ਹੈ, ਫਿਰ ਇਸ ਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ। ਫਿਰ ਨਾਮ ਦੀ ਪ੍ਰਾਪਤੀ ਹੁੰਦੀ ਹੈ। ਜਿਵੇਂ ਪੁਰਾਣੇ ਜ਼ਮਾਨੇ 'ਚ ਜਿਹੜੇ ਅੰਮ੍ਰਿਤ ਛਕਾਉਣ ਵਾਲੇ ਸਨ ਉਹਨਾਂ ਦੀ ਦਿਵ ਦ੍ਰਿਸ਼ਟੀਆਂ ਖੁੱਲ੍ਹ ਜਾਂਦੀਆਂ ਸੀ। ਉਹਨਾਂ ਨੂੰ ਪਤਾ ਸੀ ਇਹਨੂੰ ਅੰਮ੍ਰਿਤ ਛਕਾਉਣਾ, ਇਹਨੂੰ ਨਹੀਂ ਛਕਾਉਣਾ, ਜਵਾਬ ਦੇ ਦਿਆ ਕਰਦੇ ਸਨ। ਕਿਉਂ? ਉਹਨਾਂ ਨੂੰ ਪਤਾ ਸੀ ਵੀ ਇਹਦਾ ਪਿਆਲਾ ਤਿਆਰ ਹੈ ਕਿ ਨਹੀਂ ਤਿਆਰ ਹੈ, ਇਹਦਾ ਭਾਂਡਾ ਸਾਫ਼ ਹੈ ਕਿ ਗੰਦਾ ਹੈ। ਭਾਂਡਾ ਹੀ ਗੰਦਾ ਹੈ, ਉਹ 'ਚ ਅੰਮ੍ਰਿਤ ਪਾਤ ਹੈ, ਦੱਸ ਕਿਆ ਬਾਤ ਬਣੇਗੀ ਭਾਈ। ਮੰਨ ਲਓ ਮੇਰਾ ਭਾਂਡਾ ਗੰਦਾ ਹੈ ਅਤੇ ਮੈਂ ਢੋਲ ਵਾਲੇ ਤੋਂ ਦੁੱਧ ਲੈਣ ਜਾਂਦਾ, ਉਹ ਦੁੱਧ ਉੱਤੇ ਰੱਖਿਆ ਪਤੀ, ਉਹ ਸੜ ਗਿਆ, ਦੁੱਧ ਫਟ ਗਿਆ। ਮੈਂ ਅਗਲੇ ਦਿਨ ਉਹਨੂੰ ਉਲਾਮਾ ਦੇਵਾਂ ਵੀ ਤੇਰਾ ਦੁੱਧ ਨਹੀਂ ਸੀ, ਉਹ ਤਾਂ ਫਟ ਗਿਆ। ਉਹ ਕਹੇ ਬਾਕੀ ਤਾਂ ਕਿਸੇ ਘਰ 'ਚ ਨਹੀਂ ਮੇਰਾ ਦੁੱਧ ਫਟਿਆ, ਤੁਹਾਡਾ ਕਿਉਂ ਫਟਿਆ? ਇਹਦੇ ਵਿੱਚ ਤੁਹਾਡਾ ਭਾਂਡਾ ਸਾਫ਼ ਨਹੀਂ। ਮੈਲੇ ਭਾਂਡੇ 'ਚ ਸਾਬਣ ਲੱਗੇ ਭਾਂਡੇ, ਸਿਰਫ ਲੱਗੇ ਹੋਏ ਭਾਂਡੇ ਦੇ ਵਿੱਚ ਉਹ ਦੁੱਧ ਪਾ ਲਿਆ, ਉਹ ਫਟ ਗਿਆ। ਪਹਿਲਾਂ ਪੁਰਾਣੇ ਵੇਖ ਲਿਆ ਕਰਦੇ ਸਨ
ਵੀ ਤਾਂ ਭਾਂਡਾ ਹੀ ਮੈਲਾ ਹੈ, ਇਹਨੂੰ ਗੁਰਮੰਤਰ ਦੇ ਕੇ ਹੀ ਕਰਾਂਗੇ, ਕਿੱਥੇ ਪਾਵੇਗਾ ਜਲ। ਪਹਿਲਾਂ ਉਹਨੂੰ ਕਹਿੰਦੇ ਤੂੰ ਬਾਣੀ ਪੜ੍ਹ, ਉਹਨੂੰ ਬਾਣੀ ਨਾਲ ਲਾਉਂਦੇ, ਸਤਸੰਗ ਕਰ, ਬਾਣੀ ਪੜ੍ਹ, ਤੇਰਾ ਮਨ ਸਾਫ਼ ਹੋਵੇ, ਫਿਰ ਤੈਨੂੰ ਗੁਰਮੰਤਰ ਦੇਵਾਂਗੇ। ਸੋ ਤਾਂ ਕਹਿੰਦੇ ਆਪ ਮਾਰੇ, ਆਪਣੇ ਅੰਦਰੋਂ ਹਉਮੈ ਖਤਮ ਕਰੇ, ਬੁਰਾਈਆਂ ਖਤਮ ਕਰੇ, ਤਾਂ ਪਾਏ ਨਾਮ, ਫਿਰ ਉਸ ਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ। ਸ਼ਬਦ ਮਰੈ ਫਿਰ ਮਰਨ ਨਾ ਹੋਏ। ਜਿਹੜਾ ਪਰਮਾਤਮਾ ਦੇ ਨਾਮ ਨਾਲ ਮਰਦਾ ਹੈ, ਜਿਹੜਾ ਪਰਮਾਤਮਾ ਦਾ ਨਾਮ ਜਪ ਜਪ ਕੇ ਅੰਦਰੋਂ ਬੁਰਾਈਆਂ ਖਤਮ ਕਰ ਲੈਂਦਾ ਹੈ, ਫਿਰ ਮਰਨਾ, ਉਹਨੂੰ ਫਿਰ ਦੁਬਾਰਾ ਮਰਨ ਦੀ ਲੋੜ ਹੀ ਨਹੀਂ। ਨਾ ਦੁਬਾਰਾ ਜਨਮ ਲਵੇ, ਨਾ ਮਰੇ, ਕਿਉਂਕਿ ਜਿਹਨੇ ਆਪਣੇ ਆਪਣੇ ਅੰਦਰੋਂ ਸਾਫ਼ ਹੀ ਕਰ ਲਿਆ ਹੈ, ਉਹਨੂੰ ਦੁਬਾਰਾ ਜਨਮ ਲੈਣ ਦੀ ਲੋੜ ਹੀ ਨਹੀਂ ਪੈਣੀ ਹੈ। ਅਸੀਂ ਤਾਂ ਇਸੇ ਲਈ ਜਨਮ ਲਈ, ਮੈਲੇ ਹੀ ਤੁਰ ਜਾਂਦੇ, ਕਿਸੇ ਨਾ ਕਿਸੇ ਮਨ ਦੇ ਖੂੰਜੇ 'ਚ ਮੈਲ ਲੱਗੀ ਰਹਿ ਜਾਂਦੀ ਹੈ, ਫਿਰ ਵਾਰੀ ਵਾਰੀ ਜਨਮ ਲੈਣੇ ਪੈਂਦੇ ਹਨ। ਸ਼ਬਦ ਮਰੈ ਫਿਰ ਮਰਨਾ, ਫਿਰ ਦੁਬਾਰਾ ਮੌਤ ਨਹੀਂ ਹੁੰਦੀ। ਬਿਨ ਮੂਏ ਕਿਉਂ ਪੂਰਾ ਹੋਏ, ਅਤੇ ਜਿੰਨਾ ਚਿਰ ਅੰਦਰੋਂ ਹਉਮੈ ਨਹੀਂ ਮਰਦੀ, ਉਹਨਾਂ ਚਿਰ ਪੂਰਨ ਨਹੀਂ ਹੁੰਦਾ, ਅਤੇ ਜਿੰਨਾ ਚਿਰ ਬੰਦਾ ਪੂਰਨ ਨਹੀਂ ਹੁੰਦਾ, ਉਹਨਾਂ ਚਿਰ ਉਹਨੂੰ ਦੁਬਾਰਾ ਜਨਮ ਲੈਣਾ ਪੈਂਦਾ, ਅਧੂਰਾ ਰਹਿ ਜਾਂਦਾ ਹੈ। ਇਸ ਲਈ ਬੰਦਾ ਦੁਬਾਰਾ ਜਨਮ ਲੈਂਦਾ। ਜਦੋਂ ਪੂਰਾ ਹੋ ਜਾਂਦਾ ਹੈ, ਫਿਰ ਇਹਨੂੰ ਦੁਬਾਰਾ ਜਨਮ ਨਹੀਂ ਲੈਣਾ ਪੈਂਦਾ। ਪ੍ਰਪੰਚ ਵਿਆਪ ਰਿਹਾ ਮਨ ਦੋਏ, ਫਿਰ ਨਾਰਾਇਣ ਕਰੇ ਸੋ ਹੋਏ। ਪ੍ਰਪੰਚ ਸੰਸਾਰ ਨੂੰ ਕਹਿੰਦੇ, ਦੋਏ ਮੈਨੇ ਦਵੈਤ ਭਾਵਨਾ ਨੂੰ ਕਹਿੰਦੇ। ਇਹ ਮਨ 'ਚ ਹਮੇਸ਼ਾ ਦਵੈਤ ਭਾਵਨਾ ਹੁੰਦੀ, ਦੋ ਪ੍ਰਕਾਰ ਦੇ ਖਿਆਲ ਚੱਲਦੇ ਰਹਿੰਦੇ ਹਨ। ਤੁਸੀਂ ਬਾਣੀ ਪੜ੍ਹ ਰਹੇ ਹੋ, ਇੱਕ ਖਿਆਲ ਤੇ ਬਾਣੀ ਵੱਲ ਹੈ, ਇੱਕ ਖਿਆਲ ਬਾਜ਼ਾਰ 'ਚ ਫਿਰੀ ਜਾਂਦਾ ਹੈ, ਇੱਕ ਨਹੀਂ ਬਣਦਾ ਹੈ। ਇਹ ਦਵੈਤ ਹੀ ਰਹਿੰਦੀ ਬੰਦੇ 'ਚ, ਇਹ ਦੋ ਪਾਸੇ ਲੱਗਾ ਰਹਿੰਦਾ, ਇੱਕ ਪਾਸੇ ਨਹੀਂ ਹੁੰਦਾ। ਜਦੋਂ ਸਿਰਫ ਇੱਕੋ ਪਾਸੇ ਸਾਡਾ ਮਨ ਹੋ ਜਾਏਗਾ, ਫਿਰ ਤਾਂ ਪ੍ਰਾਪਤੀ ਹੋਣੀ ਹੀ ਹੋਣੀ। ਸਾਡੇ ਅੰਦਰ ਦੁਚਿਤਾਪਨ ਰਹਿੰਦਾ ਹੈ, ਇਸ ਕਰਕੇ ਉਹਦੀ ਪ੍ਰਾਪਤੀ ਨਹੀਂ ਹੁੰਦੀ ਛੇਤੀ। ਇਹ ਸੰਸਾਰ ਦੇ ਵਿੱਚ ਸਾਡਾ ਮਨ ਦਵੈਤ ਭਾਵਨਾ ਹੋ ਕੇ ਫਸਿਆ ਹੋਇਆ ਹੈ। ਅਸੀਂ ਸੰਸਾਰ ਵਿੱਚ ਹੀ ਫਸੇ ਹੋਏ ਹਾਂ। ਫਿਰ ਨਾਰਾਇਣ ਕਰੇ ਸੋ ਹੋਏ। ਹਾਂ, ਪਰਮਾਤਮਾ ਜਿਸ ਨੂੰ ਸਥਿਰ ਕਰ ਦੇ, ਉਹਦੇ ਦਵੈਤ ਭਾਵਨਾ ਭਟਕਣਾ ਖਤਮ ਕਰ ਦੇਵੇ, ਕਹਿੰਦੇ ਫਿਰ ਕੀ ਹੁੰਦਾ, ਉਹ ਸਥਿਰ ਹੋ ਸਕਦਾ। ਜਿਹਨੂੰ ਪਰਮਾਤਮਾ ਕਰੇ, ਉਹ ਫਿਰ ਸਦਾ ਦਾ ਉਹਦਾ ਜੀਵਨ ਹੋ ਜਾਂਦਾ, ਜੰਮਣ ਮਰਨ ਉਹਦਾ ਖਤਮ ਹੋ ਜਾਂਦਾ। ਬੋਹਿਤ ਚੜੋ ਜਾਂ ਆਵੈ ਵਾਰ, ਠਾਕੇ ਬੋਹਿਤ ਦਰਗਾਹ ਮਾਰ। ਫਾਰਸੀ ਦਾ ਸ਼ਬਦ ਦਰਗਾਹ। ਹਿੰਦੀ ਪੰਜਾਬੀ ਦਾ ਨਿਯਮ ਹੈ ਕਿ ਹਾਹੇ ਤੋਂ ਪਹਿਲਾ ਅੱਖਰ ਜੇ ਮੁਕਤਾ ਹੋਵੇ ਤਾਂ ਉਸ 'ਤੇ ਦੁਲਾਵਾਂ ਲਾ ਕੇ ਬੋਲਦੇ ਹਨ। ਇਹ ਦਰਗਾਹ ਸ਼ਬਦ ਜੇ ਹਿੰਦੀ ਜਾਂ ਪੰਜਾਬੀ ਦਾ ਹੁੰਦਾ, ਫਿਰ ਇਹਨੂੰ ਆਪਾਂ ਪੜ੍ਹਦੇ ਦਰਗਾਹ। ਜਿਹੜਾ ਫਾਰਸੀ ਦਾ ਸ਼ਬਦ ਹੁੰਦਾ, ਉਹ ਹਾਹੇ ਤੋਂ ਪਹਿਲਾ ਅੱਖਰ ਜੇ ਮੁਕਤਾ ਹੋਵੇ ਤਾਂ ਉਸ ਨੂੰ ਕੰਨਾ ਲੱਗਦਾ, ਉਹਨੂੰ ਕੰਨਾ ਲੱਗਦਾ। ਇਸ ਲਈ ਗੱਗੇ ਨੂੰ ਕੰਨਾ ਲੱਗ ਗਿਆ, ਕੀ ਬਣ ਗਿਆ, ਦਰਗਾਹ। ਇਹਨੂੰ ਬੋਲ ਰਿਹਾ ਦਰਗਾਹ। ਇਹ ਫਾਰਸੀ ਦਾ ਸ਼ਬਦ। ਠਾਕੇ ਬੋਇਤ ਦਰਗਾਹ ਮਾਰ, ਸੱਚ ਸਲਾਹੀ ਧਨ ਗੁਰਦੁਆਰ। ਨਾਨਕ ਦਰ ਘਰ ਏਕ ਓਂਕਾਰ। ਬੋਹਿਤ ਚੜੋ, ਕਹਿੰਦੇ ਗੁਰੂ ਦੇ ਜਹਾਜ਼ 'ਚ ਬੰਦਾ ਕਦੋਂ ਚੜ੍ਹਦਾ, ਜਦੋਂ ਦੀ ਵਾਰੀ ਆਉਂਦੀ ਹੈ। ਇਹ ਵਾਰੀ ਤੋਂ ਪਹਿਲਾਂ ਨਹੀਂ ਚੜ੍ਹਦਾ। ਕਹੀ ਜੋ ਗੁਰੂ ਵਾਲੇ ਬਣੋ, ਭਾਈ ਗੁਰੂ ਵਾਲੇ ਬਣੋ, ਗੁਰੂ ਦੇ ਜਹਾਜ਼ ਚੜ੍ਹੋ, ਸੰਤ ਮਾਧੋ ਕਹਿੰਦੇ ਰਹਿੰਦੇ। 5000 ਬੰਦਾ ਬੀਬੀਆਂ ਬੈਠੇ ਨੇ, ਦੀਵਾਨ ਲੱਗਾ ਹੋਇਆ, 30-35 ਮਸਾਂ ਰੋ ਧੋ ਕੇ ਨਿਕਲਦੇ 5 ਦਿਨਾਂ ਬਾਅਦ, ਜਿਹੜੇ ਅੰਮ੍ਰਿਤ ਛਕਦੇ ਸਨ। ਸੁਣ ਤੇ 5000 ਰਿਹਾ ਨਾ, ਲੰਗਰ 10,000 ਖਾ ਰਿਹਾ, ਸੁਣ 5000 ਰਿਹਾ, ਮਨ 35 ਮਨ ਰਹੇ ਨੇ। ਉਹ ਵੀ 6 ਮਹੀਨੇ ਸਾਲ ਬਾਅਦ 10-12 ਰਹਿੰਦੇ, ਬਾਕੀ ਛੱਡ ਛੜਾ ਜਾਂਦੇ ਨੇ। ਆਊਟਪੁੱਟ ਕੋਈ ਨਹੀਂ।
ਇੰਨਾ ਖਰਚਾ ਕਰੋ। ਲੱਖ ਰੁਪਇਆ ਰੋਜ਼ ਦਾ ਸਾਡਾ ਖਰਚਾ ਹੁੰਦਾ ਸੀ ਦੀਵਾਨਾ। 5-6 ਲੱਖ ਰੁਪਈਆ 5 ਦਿਨਾਂ 'ਚ ਖਰਚਾ ਹੁੰਦਾ ਸੀ। ਆਊਟਪੁੱਟ ਕੋਈ ਹੈ ਨਹੀਂ। ਫਿਰ ਮੇਰਾ ਮਨ ਉਕਤਾ ਗਿਆ, ਛੱਡੋ ਇਸ ਨੂੰ। ਇੰਨਾ ਖਰਚਾ ਕਰਕੇ ਜੇ ਰਿਟਰਨ ਹੀ ਕੋਈ ਨਹੀਂ, ਕਿਆ ਫਾਇਦਾ। ਇਕਨੋਮਿਕਸ ਦਾ ਪਹਿਲਾ ਅਸੂਲ ਹੈ, ਪੈਸਾ ਉੱਥੇ ਲਾਓ ਜਿਸ 'ਤੇ ਰਿਟਰਨ ਆਵੇ। ਤੁਸੀਂ ਕਰਜ਼ਾ ਲਿਆ ਮੱਝ ਲਈ, ਵੀ ਜੀ ਮੈਂ ਮੱਝ ਲੈਣੀ, ਤੁਹਾਨੂੰ ਕਰਜ਼ਾ ਮਿਲ ਗਿਆ। ਤੁਸੀਂ ਮੱਝ ਲਈਓ ਹੀ ਨਹੀਂ, ਆਪਣੇ ਕੇ ਜਵਾਕ ਦਾ ਮੰਗਣਾ ਕਰਤਾ। ਹੁਣ ਉਹ ਜਿਹੜਾ 25,000 ਰੁਪਈਆ ਕਰਜ਼ਾ ਲਿਆ ਸੀ, ਰਿਟਰਨ ਤੇ ਆਈ ਕੋਈ ਨਾ, ਤੇ ਉਹ ਉਤਰੇਗਾ ਕਿਵੇਂ? ਜੇ ਉਹ 25,000 ਦੀ ਮੱਝ ਖਰੀਦਦਾ, ਉਹ ਦੁੱਧ ਦਿੰਦੀ, ਕੁਝ ਆਪ ਪੀਂਦਾ, ਕੁਝ ਵੇਚਦਾ, ਉਹ ਵੇਚ ਕੇ ਕਿਸ਼ਤ ਲਾਉਂਦਾ, ਪਰ ਉਹਦੇ ਲਾਏ ਨਾ ਪੈਸਾ, ਉਹ ਰਿਟਰਨ ਹੀ ਕੋਈ ਨਾ। ਅੱਜ ਜਿਹੜੇ ਕਰਜ਼ਾ ਲੈਂਦੇ ਇਹੀ ਸਿਆਪਾ ਹੈ। ਇਹ ਜਿਸ ਗੱਲ ਲਈ ਕਰਜ਼ਾ ਲੈਂਦੇ ਉਸ 'ਤੇ ਲਾਉਂਦਾ ਹੀ ਨਹੀਂ, ਇਹ ਲਾਉਂਦੇ ਹੀ ਨਹੀਂ। ਮੈਂ ਕਈ ਸਾਲਾਂ ਦੀ ਗੱਲ ਹੈ, ਆ ਜਿਹੜਾ ਕਬਾੜ ਮਾਰਕੀਟ ਬਾਹਰ, ਉੱਥੇ ਨਵੇਂ ਟਰੈਕਟਰ ਖੜ੍ਹੇ। ਮੈਂ ਕਿਹਾ ਵੀ ਇੱਥੇ ਕਬਾੜ ਹੀ ਹੈ ਮਾਰਕੀਟ, ਨਵੇਂ ਟਰੈਕਟਰਾਂ ਦਾ ਕੀ ਕੰਮ ਹੈ? ਮੈਂ ਉਹਨਾਂ ਕੋਲ ਚਲੇ ਗਿਆ, ਦੁਕਾਨਦਾਰ ਕੋਲ। ਮੈਂ ਸਤਿ ਸ਼੍ਰੀ ਅਕਾਲ ਜੀ, ਆਓ ਜੀ ਆਓ ਜੀ। ਉਹਨੇ ਸੋਚਿਆ ਖਰੀਦਣ ਆਇਆ। ਮੈਂ ਜੀ ਮੈਂ ਤਾਂ ਇਹ ਪੁੱਛਣ ਆਇਆ ਬਈ, ਕਹਿੰਦੇ ਨੇ ਵੀ ਕਬਾੜ ਮਾਰਕੀਟ ਦੇ ਕਬਾੜ ਹੁੰਦਾ, ਪੁਰਾਣਾ ਮਾਲ ਹੁੰਦਾ, ਇੱਥੇ ਤਾਂ ਨਵੇਂ ਟਰੈਕਟਰ ਖੜ੍ਹੇ ਨੇ, ਇਹ ਕੀ ਕਾਰਨ? ਤੁਸੀਂ ਨਵੇਂ ਵੇਚਦੇ ਹੋ? ਕਹਿੰਦੇ ਗੱਲ ਸਾਡੀ ਸੁਣੋ ਜੀ, ਇਹ ਜੱਟਾਂ ਦੇ ਟਰੈਕਟਰ। ਮੈਂ ਹਾਂ ਮੈਂ ਵੀ ਜੱਟ ਹਾਂ, ਦੱਸੋ ਕਿਵੇਂ ਨੇ? ਕਹਿੰਦਾ ਜੱਟ ਨੇ ਆਪਣੀ ਕੁੜੀ ਦਾ ਕਰਨਾ ਹੁੰਦਾ ਵਿਆਹ, ਇਹ ਟਰੈਕਟਰ ਲਈ ਕਰਜ਼ਾ ਲੈ ਲੈਂਦਾ। ਕਾਗਜ਼ਾਂ ਟਰੈਕਟਰ ਲੈਣਾ ਵੀ ਪੈਂਦਾ, ਲੈਣਾ ਵੀ ਪੈਂਦਾ। ਮੈਂ ਲਿਆ ਉਦੋਂ 3.5 ਲੱਖ ਦਾ ਟਰੈਕਟਰ ਆਉਂਦਾ ਹੁੰਦਾ ਸੀ, ਜੋ ਦੀ ਮੈਂ ਗੱਲ ਕਰ ਰਿਹਾ। ਹੁਣ ਪਤਾ ਕੀ ਭਾਅ ਹੈ? ਕਹਿੰਦੇ ਉੱਥੋਂ ਲੈ ਕੇ ਇੱਥੇ ਸਾਨੂੰ 3 ਲੱਖ ਦਾ ਵੇਚ ਜਾਂਦੇ ਨੇ। ਇੱਕੋ ਦਿਨ 'ਚ 50,000 ਦਾ ਘਾਟਾ ਪਾ ਕੇ ਸਾਨੂੰ ਵੇਚ ਜਾਂਦੇ ਨੇ। ਉਹ 3 ਲੱਖ ਜਾਂ ਕੁੜੀ ਦਾ ਵਿਆਹ ਕਰ ਦਿੰਦੇ ਨੇ। ਉਹ ਕਰਜ਼ੇ ਹੀ ਨਹੀਂ ਉਤਰਦਾ। ਉਹ 3.5 ਲੱਖ ਤੋਂ 4, 5, 6, 7 ਵੱਧਦਾ ਹੀ ਜਾਂਦਾ ਹੈ ਕਰਜ਼ਾ। ਕਹਿੰਦੇ ਐ ਨਹੀਂ ਜੀ ਇਹਨਾਂ ਦਾ ਉਤਰਦਾ। ਟਰੈਕਟਰ ਲਿਆ ਵੀ ਖੇਤੀਬਾੜੀ ਕਰਾਂਗੇ, ਕੁਛ ਹੋਰ ਕਰਾਂਗੇ, ਉਹਨੂੰ ਵੇਚ ਕੇ ਕੁੜੀ ਦਾ, ਇਸ ਲਈ ਕਹਿੰਦੇ ਨਵੇਂ ਖੜ੍ਹੇ ਨੇ। ਕਹਿੰਦੇ ਤੁਸੀਂ ਲੈਣ? ਮੈਂ ਨਹੀਂ, ਮੈਂ ਤਾਂ ਸਰਵਿਸ ਕਰਦਾ। ਆਹ ਤਾਂ ਹਾਲ ਹੈ ਜੀ। ਉਹਦੇ ਮੈਨੂੰ ਗਿਆਨ ਹੋਇਆ ਵੀ ਇਹਨਾਂ ਲੋਕਾਂ ਦੇ ਕਿਉਂ ਨਹੀਂ ਕਰਜ਼ੇ ਉਤਰਦੇ। ਇਹ ਜਿਸ ਕੰਮ ਲਈ ਕਰਜ਼ਾ ਲੈਂਦੇ ਨੇ ਉਸ ਲਈ ਤਾਂ ਉਹ ਤਾਂ ਕੰਮ ਹੀ ਨਹੀਂ ਕਰਦੇ, ਉਹ ਤਾਂ ਹੋਰ ਕਰਦੇ। ਤਾਂ ਗੁਰੂ ਮਹਾਰਾਜ ਕਹੇ ਬੋਹਿਤ ਚੜ੍ਹੋ ਜਾਵੇ ਵਾਰ, ਗੁਰੂ ਦੇ ਜਹਾਜ਼ ਚੜ੍ਹੋ ਜਦੋਂ ਵਾਰੀ ਆ ਜਾਏ। ਕਹਿ ਚੜ੍ਹ ਜਾਓ, ਇਹ ਨਾ ਵੇ ਵਾਰੀ ਆਈ ਤੇ ਤੂੰ ਚੜ੍ਹੋ ਹੀ ਨਾ। ਜਿਵੇਂ ਮੈਂ ਦੇਖਿਆ ਜਿਹੜੇ ਕਰਮਚਾਰੀ ਬੈਠੇ ਨੇ, ਇਹਨੇ ਜਦੋਂ ਪ੍ਰਮੋਸ਼ਨ ਹੁੰਦੀ ਹੈ, ਇਹਨਾਂ ਨੂੰ ਕਹਿੰਦੇ ਭਾਈ ਤੁਹਾਨੂੰ ਪ੍ਰਮੋਟ ਕੀਤਾ ਜਾਂਦਾ, ਪ੍ਰਮੋਸ਼ਨ ਲੈਣੀ ਹੈ। ਕਈ ਵਾਰੀ ਕੋਈ ਖਾਸ ਗੱਲ 'ਤੇ ਮੈਂ ਦੇਖਿਆ ਕੁਝ ਕਰਮਚਾਰੀ ਜਵਾਬ ਦੇਵੇ ਅਜੇ ਨਹੀਂ ਅਸੀਂ ਪ੍ਰਮੋਸ਼ਨ ਲੈਣੀ ਜੀ, ਉਹਨੂੰ ਫਿਰ 3 ਸਾਲਾਂ ਲਈ ਡੀ-ਬਾਰ ਕਰ ਦਿੰਦੇ ਨੇ ਵੀ ਹੁਣ 3 ਸਾਲ ਤੇਰੀ ਪ੍ਰਮੋਸ਼ਨ ਨਹੀਂ ਹੋਵੇਗੀ, ਦੇਖ ਲੈ ਜਾਂ ਹੁਣ ਲੈ ਲਾ, ਨਹੀਂ ਫਿਰ 3 ਸਾਲ ਨਹੀਂ ਹੋਣੀ। 3 ਸਾਲ ਨਹੀਂ ਹੋਣੀ ਅਤੇ 3 ਸਾਲ ਬਾਅਦ ਪਤਾ ਨਹੀਂ ਬੰਦੇ ਜਿਉਣਾ ਕਿ ਮਰ ਜਾਣਾ ਹੁੰਦਾ, ਫਿਰ 3 ਸਾਲ ਨਹੀਂ ਕਰਦੇ। ਇਹ ਤਾਂ ਵਾਰੀ ਹੁੰਦੀ ਹੈ। ਕਹਿੰਦੇ ਜਹਾਜ਼ ਦਾ ਵਾਰੀ ਆਵੇ ਨਾ, ਗੁਰੂ ਦੇ ਜਹਾਜ਼ ਚੜ੍ਹ ਜਾਓ, ਫਿਰ ਪਤਾ ਨਹੀਂ ਵਾਰੀ ਆਉਣੀ ਕਿ ਨਹੀਂ। ਨਾਨਕ ਕਦ ਆਵੇ ਵਾਰੀ, ਪਤਾ ਨਹੀਂ ਫਿਰ ਕਦੋਂ ਵਾਰੀ ਆਉਣੀ। ਇਸ ਲਈ ਠਾਕੇ ਬੋਇਤ ਦਰਗਾਹ ਮਾਰ, ਜੇ ਕੋਈ ਇਸ ਜਹਾਜ਼ ਨੂੰ ਰੋਕ ਦੇਵੇ ਵੀ ਮੈਂ ਨਹੀਂ ਚੜ੍ਹਨਾ ਜਹਾਜ਼ 'ਚ, ਫਿਰ ਦਰਗਾਹ 'ਚ ਤਾਂ ਕਟਾਪਾ ਹੁੰਦਾ ਵੀ ਤੈਨੂੰ ਮੌਕਾ ਮਿਲਿਆ ਸੀ, ਤੂੰ ਗੁਰੂ ਦੇ ਜਹਾਜ਼ 'ਤੇ ਚੜ੍ਹ ਜਾ, ਤੂੰ ਚੜ੍ਹਿਆ ਕਿਉਂ ਨਹੀਂ ਹੈਗਾ? ਫਿਰ ਉਹ 'ਤੇ ਮਾਰ ਪੈਂਦੀ। ਸੱਚ ਸਲਾਹੀ ਧੰਨ ਗੁਰਦੁਆਰ, ਅਤੇ ਜਿਹੜਾ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਕਦੇ ਗੁਰੂ ਦੇ ਦਰ 'ਤੇ ਪਹੁੰਚ ਜਾਂਦਾ, ਉੱਥੇ ਪਹੁੰਚ ਜਾ। ਨਾਨਕ ਦਰ ਘਰ ਏਕ ਓਂਕਾਰ, ਉਹ ਚਾਹੇ ਆਪਣੇ ਘਰ 'ਚ ਚਾਹੇ ਉਹ ਬਾਹਰ ਹੈ, ਉਹ ਉਸ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ। ਇਸ ਲਈ ਗੁਰੂ ਦੇ ਜਹਾਜ਼ 'ਚ ਸਮਾਂ ਪਾ ਕੇ ਚੜ੍ਹਨਾ ਪਏ। ਜਦ ਵਾਰੀ ਆਵੇ, ਇਹ ਨਾਮ ਆਪਾਂ ਚੜ੍ਹੀ ਜਾਂਦੇ ਵਾਰੀ ਖੁੰਝਾ ਲਈਏ।
ਸਤਿਕਾਰ ਸਾਧ ਸੰਗਤ ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਖ